हाँ जी स्टूडेंट्स वेलकम करते हैं ਤੁਹਾਡਾ ਤੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ। ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ BA ਸਮੈਸਟਰ ਫਸਟ ਦੇ ਲਈ ਹਿਸਟਰੀ ਟੌਪਿਕ ਦੇ ਵਿੱਚੋਂ ਜਿਹੜੀ ਕਿ ਹਿਸਟਰੀ ਦੀ ਵੀਡੀਓ ਲੈ ਕੇ ਆਏ ਹਾਂ ਮੌਰੀਆ ਸਾਮਰਾਜ ਦੇ ਵਿੱਚੋਂ। ਆਪਾਂ ਕਰਾਂਗੇ ਚੰਦਰਗੁਪਤ ਮੌਰੀਆ, ਠੀਕ ਹੈ। ਚੰਦਰਗੁਪਤ ਮੌਰੀਆ ਦੇ ਜਿੱਤਾਂ ਤੇ ਚੰਦਰਗੁਪਤ ਮੌਰੀਆ ਦੇ ਸ਼ਾਸਨ ਪ੍ਰਬੰਧ। ਤੇ ਸਟੂਡੈਂਟਸ ਇਹ ਵਾਲੀ ਵੀਡੀਓ BA ਸਮੈਸਟਰ ਫਸਟ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਇਹਨਾਂ ਯੂਨੀਵਰਸਿਟੀਜ਼ ਦੇ ਅੰਡਰ ਜਿਹੜੇ ਵੀ ਕਾਲਜਸ ਪੈਂਦੇ ਨੇ ਉਹਨਾਂ ਸਾਰੇ ਸਟੂਡੈਂਟਸ ਦੇ ਲਈ ਇਹ ਵੀਡੀਓ ਜਿਹੜੀ ਕਿ ਯੂਜ਼ਫੁਲ ਹੈ। ਤੇ ਇਸ ਦੇ ਵਿੱਚ ਆਪਾਂ ਤੁਹਾਨੂੰ ਕਈ ਵਾਰ ਕੁਐਸਚਨ ਪੁੱਛਿਆ ਜਾਂਦਾ ਸਟੂਡੈਂਟਸ ਚੰਦਰਗੁਪਤ ਦੀਆਂ ਜਿਹੜੇ ਕਿ ਜਿੱਤਾਂ ਲਿਖੋ। ਜਿੱਤਾਂ ਨੂੰ ਪ੍ਰਾਪਤੀਆਂ ਵੀ ਕਹਿੰਦੇ ਨੇ, ਠੀਕ ਹੈ। ਪ੍ਰਾਪਤੀਆਂ ਜਾਂ ਕਾਰਨਾਮੇ, ਤੇ ਇਹਨਾਂ ਦਾ ਤਿੰਨਾਂ ਚਾਰਾਂ ਚੀਜ਼ਾਂ ਦਾ ਇੱਕੋ ਮੀਨਿੰਗ ਆ ਕਿ ਚੰਦਰਗੁਪਤ ਮੌਰੀਆ ਦੇ ਜਿੱਤਾਂ ਲਿਖਣੀਆਂ ਨੇ। ਚੰਦਰਗੁਪਤ ਮੌਰੀਆ ਦੇ ਜਿੱਤਾਂ ਨੂੰ ਪ੍ਰਾਪਤੀਆਂ ਵੀ ਕਿਹਾ ਜਾ ਸਕਦਾ, ਕਾਰਨਾਮੇ ਵੀ ਕਿਹਾ ਜਾ ਸਕਦਾ, ਠੀਕ ਹੈ। ਜਾਂ ਉਹਦੀਆਂ ਸਫਲਤਾਵਾਂ ਵੀ ਕਿਹਾ ਜਾ ਸਕਦਾ ਵੀ ਚੰਦਰਗੁਪਤ ਮੌਰੀਆ ਦੀਆਂ ਸਫਲਤਾਵਾਂ ਲਿਖੋ। ਚੰਦਰਗੁਪਤ ਮੌਰੀਆ ਦਾ ਜਿਹੜੇ ਕਿ ਸਾਮਰਾਜ ਦੀ ਸਥਾਪਨਾ, ਠੀਕ ਹੈ, ਕਿਵੇਂ ਕੀਤੀ ਗਈ। ਚੰਦਰਗੁਪਤ ਮੌਰੀਆ ਨੇ ਆਪਣਾ ਮੌਰੀਆ ਸਾਮਰਾਜ ਦੀ ਸਥਾਪਨਾ ਕਿਵੇਂ ਕੀਤੀ, ਜਾਂ ਚੰਦਰਗੁਪਤ ਮੌਰੀਆ ਦੇ ਜਿੱਤਾਂ ਲਿਖੋ, ਜਾਂ ਚੰਦਰਗੁਪਤ ਮੌਰੀਆ ਦੇ ਜਿੱਤਾਂ ਦਾ ਵਰਣਨ ਕਰੋ, ਠੀਕ ਹੈ। ਜਿਵੇਂ ਮਰਜ਼ੀ ਕੁਐਸਚਨ ਆ ਜੇ। ਹਾਂਜੀ, ਚੰਦਰਗੁਪਤ ਮੌਰੀਆ ਪਹਿਲਾਂ ਤੁਸੀਂ ਕੋਈ ਵੀ ਲੌਂਗ ਕੁਐਸਚਨ ਕਰਨਾ ਹੁੰਦਾ ਉਹਦੀ ਜਾਣ ਪਛਾਣ ਦੇਣੀ ਹੁੰਦੀ ਹੈ। ਜਾਣ ਪਛਾਣ ਦੇ ਵਿੱਚ ਤੁਸੀਂ ਇਹ ਲਿਖੋਗੇ ਸਟੂਡੈਂਟਸ। ਤੇ ਕਈ ਵਾਰ ਸਟੂਡੈਂਟਸ ਤੁਹਾਨੂੰ ਇਹ ਕੁਐਸਚਨ ਇਕੱਠਾ ਵੀ ਆ ਜਾਂਦਾ, ਠੀਕ ਹੈ, ਵੀ ਚੰਦਰਗੁਪਤ ਮੌਰੀਆ ਦੀ ਜਿੱਤਾਂ ਦੱਸਦੇ ਹੋਏ ਉਹਦਾ ਸ਼ਾਸਨ ਪ੍ਰਬੰਧ ਦੱਸੋ, ਜਾਂ ਅਲੱਗ-ਅਲੱਗ ਵੀ ਆ ਸਕਦਾ, ਠੀਕ ਹੈ। ਤਾਂ ਆਪਾਂ ਦੋਨੋਂ ਟੌਪਿਕ ਕਰਾਂਗੇ। ਚੰਦਰਗੁਪਤ ਮੌਰੀਆ ਦਾ ਜਿਹੜੇ ਕਿ ਜਿੱਤਾਂ ਕਰਨ ਤੋਂ ਪਹਿਲਾਂ ਆਪਾਂ ਜਾਣ ਪਛਾਣ ਤੁਸੀਂ ਇੰਟਰੋਡਕਸ਼ਨ ਦੇ ਵਿੱਚ ਦਵਾਂਗੇ ਕਿ ਚੰਦਰਗੁਪਤ ਮੌਰੀਆ ਜਿਹੜੇ ਕਿ ਮੌਰੀਆ ਵੰਸ਼ ਦਾ ਸੰਸਥਾਪਕ ਸੀ। ਚੰਦਰਗੁਪਤ ਮੌਰੀਆ ਨੇ ਮੌਰੀਆ ਵੰਸ਼ ਦੀ ਸਥਾਪਨਾ ਕੀਤੀ ਸੀ। ਜਿਹੜਾ ਕਿ ਮਗਧ ਦੇ ਜਿਹੜਾ ਰਾਜ ਕਰ ਰਿਹਾ ਸੀ ਧਨਾਨੰਦ, ਠੀਕ ਹੈ। ਨੰਦ ਵੰਸ਼ ਨੂੰ ਹਰਾ ਕੇ, ਨੰਦ ਵੰਸ਼ ਦਾ ਖਾਤਮਾ ਕਰਕੇ ਚੰਦਰਗੁਪਤ ਮੌਰੀਆ ਨੇ, ਠੀਕ ਹੈ, ਮਗਧ ਦੇ ਵਿੱਚ ਰਾਜ ਕਰ ਰਿਹਾ ਸੀ ਨੰਦ ਵੰਸ਼, ਤੇ ਇਹਦਾ ਆਖਰੀ ਰਾਜਾ ਸੀ ਧਨਾਨੰਦ। ਧਨਾਨੰਦ ਨੂੰ ਹਰਾ ਕੇ ਛਿੜਕ ਤੇ ਚੰਦਰਗੁਪਤ ਮੌਰੀਆ ਨੇ ਜਿਹੜੀ ਕਿ ਮੌਰੀਆ ਸਾਮਰਾਜ ਦੀ ਨੀਂਹ ਰੱਖੀ ਸੀ। ਤੇ ਮੌਰੀਆ ਸਾਮਰਾਜ ਦੇ ਵਿੱਚ ਸਥਾਪਨਾ ਕਰਨ ਦੇ ਵਿੱਚ ਜਿਹੜੇ ਕਿ ਚੰਦਰਗੁਪਤ ਮੌਰੀਆ ਦੀ ਸਭ ਤੋਂ ਵੱਡਾ ਯੋਗਦਾਨ ਦਿੱਤਾ ਸੀ ਕੌਟਲਿਆ ਨੇ, ਠੀਕ ਹੈ। ਕੌਟਲਿਆ ਜਿਹੜੇ ਕਿ ਚੰਦਰਗੁਪਤ ਮੌਰੀਆ ਦਾ ਪ੍ਰਧਾਨ ਮੰਤਰੀ ਸੀ ਤੇ ਸਲਾਹਕਾਰ ਸੀ, ਠੀਕ ਹੈ। ਤੇ ਇਹ ਤੁਸੀਂ ਉਹਦੇ ਵਿੱਚ ਦੇਣਾ ਆਪਣਾ ਵੇਰਵਾ ਦੇਣਾ, ਠੀਕ ਹੈ, ਜਾਣ ਪਛਾਣ ਦੇ ਵਿੱਚ। ਫਿਰ ਆਪਾਂ ਹੁਣ ਉਹਦੀਆਂ ਜਿੱਤਾਂ ਕਰਦੇ ਹਾਂ। ਤੇ ਇਹਨਾਂ ਚੋਂ ਵੀ ਲਾਈਨਾਂ ਕਰ ਸਕਦੇ ਹੋ ਕਿ ਚੰਦਰਗੁਪਤ ਮੌਰੀਆ ਨੇ ਜਿਹੜੀ ਕਿ ਮੌਰੀਆ ਸਾਮਰਾਜ ਦੀ ਸਥਾਪਨਾ ਦੇ ਵਿੱਚ ਜਿਹੜੇ ਕਿ ਯੋਗਦਾਨ ਪਾਇਆ, ਵਿਸਥਾਰ ਦੇ ਵਿੱਚ ਯੋਗਦਾਨ ਪਾਇਆ। ਫਿਰ ਉਸ ਤੋਂ ਬਾਅਦ ਜਿਹੜੇ ਕਿ ਚੰਦਰਗੁਪਤ ਮੌਰੀਆ ਤੋਂ ਬਾਅਦ ਬਿੰਦੂਸਾਰ ਨੇ, ਫਿਰ ਜਿਹੜੇ ਕਿ ਅਸ਼ੋਕ ਨੇ ਆਪਣਾ ਯੋਗਦਾਨ ਪਾਇਆ। ਹਾਂਜੀ, ਸਭ ਤੋਂ ਪਹਿਲਾਂ ਜਿਹੜੇ ਕਿ ਪੰਜਾਬ ਦੀ ਜਿੱਤ 322 ਈਸਵੀ ਪੂਰਵ ਦੇ ਵਿੱਚ 322 ਈਸਵੀ ਪੂਰਵ ਦੇ ਵਿੱਚ ਚੰਦਰਗੁਪਤ ਮੌਰੀਆ ਨੇ ਆਪਣੇ ਸਾਮਰਾਜ ਦੀ ਸਥਾਪਨਾ ਲਈ ਸਭ ਤੋਂ ਪਹਿਲਾਂ ਉੱਤਰ ਪੱਛਮ ਦੇ ਵਿੱਚ ਸਥਿਤ ਜਿਹੜਾ ਪੰਜਾਬ ਪ੍ਰਦੇਸ਼ ਸੀ ਉਹਦੇ ਵੱਲ ਆਪਣਾ ਜਿਹੜੇ ਕਿ ਧਿਆਨ ਖਿੱਚਿਆ, ਠੀਕ ਹੈ। ਚੰਦਰਗੁਪਤ ਮੌਰੀਆ ਨੇ 322 ਈਸਵੀ ਪੂਰਵ ਦੇ ਵਿੱਚ ਸਭ ਤੋਂ ਪਹਿਲਾਂ ਪੰਜਾਬ ਦੇ ਵੱਲ ਆਪਣਾ ਧਿਆਨ ਲਾਇਆ। ਤੇ 325 ਈਸਵੀ ਪੂਰਵ ਦੇ ਵਿੱਚ ਜਦੋਂ ਸਿਕੰਦਰ ਭਾਰਤ ਤੋਂ ਵਾਪਸ ਚਲਾ ਗਿਆ ਸੀ, ਸਿਕੰਦਰ ਨੇ ਜਦੋਂ ਭਾਰਤ ਤੇ ਹਮਲਾ ਕੀਤਾ ਸੀ, ਤਾਂ ਜਿਹੜੇ ਕਿ ਸਿਕੰਦਰ ਨੇ 326 ਈਸਵੀ ਪੂਰਵ ਦੇ ਵਿੱਚ ਭਾਰਤ ਤੇ ਹਮਲਾ ਕੀਤਾ ਸੀ ਸਿਕੰਦਰ ਨੇ, ਤਾਂ ਉਹ 325 ਈਸਵੀ ਪੂਰਵ ਦੇ ਵਿੱਚ ਵਾਪਸ ਜਾ ਚੁੱਕਿਆ ਸੀ। ਭਾਵ ਕਿ ਈਸਵੀ ਪੂਰਵ ਬੈਕ ਈਅਰ ਚੱਲਦੇ ਨੇ, ਤਾਂ 325 ਈਸਵੀ ਦੇ ਵਿੱਚ ਵਾਪਸ ਜਾ ਚੁੱਕਿਆ ਸੀ, ਜਿਸ ਕਰਕੇ ਉਹਦੇ ਜਿੱਤੇ ਹੋਏ ਪ੍ਰਦੇਸ਼ਾਂ ਦੇ ਵਿੱਚ ਜਿਹੜੀ ਕਿ ਅਰਾਜਕਤਾ ਫੈਲੀ ਹੋਈ ਸੀ, ਠੀਕ ਹੈ, ਫੈਲ ਗਈ। ਤਾਂ ਪੰਜਾਬ ਦੇ ਵਿੱਚ ਸਿਕੰਦਰ ਦੇ ਜਿਹੜੇ ਨਿਯੁਕਤ ਕੀਤੇ ਹੋਏ ਸੀ ਫਿਲਿਪਸ ਦਾ ਕਤਲ ਕਰ ਦਿੱਤਾ ਗਿਆ ਸੀ। ਤੇ 323 ਈਸਵੀ ਪੂਰਵ ਦੇ ਵਿੱਚ ਤਾਂ 323 ਈਸਵੀ ਦੇ ਵਿੱਚ ਜਿਹੜੇ ਕਿ ਬੇਬੀਲੋਨ ਦੇ ਵਿੱਚ ਸਿਕੰਦਰ ਦੀ ਵੀ ਮੌਤ ਹੋ ਗਈ ਸੀ। ਜਦੋਂ ਪੰਜਾਬ ਦੇ ਵਿੱਚ ਜਿਹੜੇ ਕਿ 326 ਈਸਵੀ ਪੂਰਵ ਦੇ ਵਿੱਚ ਜਦੋਂ ਸਿਕੰਦਰ ਨੇ ਹਮਲਾ ਕੀਤਾ ਸੀ, ਤਾਂ ਜਦੋਂ ਉਹ ਵਾਪਸ ਗਿਆ ਸੀ ਤਾਂ ਉਹ ਜਿਹੜੇ ਕਿ ਉਹਦਾ ਆਪਣਾ ਪ੍ਰਤੀਨਿਧ ਨਿਯੁਕਤ ਕਰਕੇ ਗਿਆ ਸੀ ਫਿਲਿਪਸ, ਠੀਕ ਹੈ। ਬਟ ਪੰਜਾਬ ਦੇ ਵਿੱਚ ਉਹਦਾ ਵੀ ਕਤਲ ਕਰ ਦਿੱਤਾ ਗਿਆ ਸੀ। ਤੇ 323 ਈਸਵੀ ਦੇ ਵਿੱਚ ਜਿਹੜੇ ਸਿਕੰਦਰ ਦੀ ਵੀ ਮੌਤ ਹੋ ਗਈ ਸੀ ਬੇਬੀਲੋਨ ਦੇ ਵਿੱਚ। ਤਾਂ ਅਜਿਹੀ ਸਥਿਤੀ ਦੇ ਵਿੱਚ ਫਿਰ ਚੰਦਰਗੁਪਤ ਮੌਰੀਆ ਨੇ ਇਸ ਮੌਕੇ ਦਾ ਫਾਇਦਾ ਉਠਾਇਆ, ਕਿਉਂਕਿ ਉਹਦੇ ਸਾਹਮਣੇ ਕੋਈ ਦੁਸ਼ਮਣ ਨਹੀਂ ਸੀ। ਤਾਂ ਜਿਹੜਾ ਸਿਕੰਦਰ ਸੀ, ਤਾਂ ਸਿਕੰਦਰ ਤਾਂ ਪਹਿਲਾਂ ਹੀ ਉਹਦੀ ਡੈਥ ਹੋ ਗਈ ਸੀ, ਤੇ ਜਿਹੜਾ ਸਿਕੰਦਰ ਦਾ ਨਿਯੁਕਤ ਕਰਕੇ ਗਿਆ ਸੀ ਪ੍ਰਤੀਨਿਧ ਉਹ ਵੀ ਜਿਹੜੇ ਕਿ ਕਤਲ ਹੋ ਚੁੱਕਿਆ ਸੀ। ਤਾਂ ਫਿਰ ਅਜਿਹੀ ਸਥਿਤੀ ਦੇ ਵਿੱਚ ਫਾਇਦਾ ਉਠਾ ਕੇ 322 ਈਸਵੀ ਪੂਰਵ ਦੇ ਵਿੱਚ ਜਿਹੜੇ ਕਿ ਚੰਦਰਗੁਪਤ ਮੌਰੀਆ ਨੇ ਪੰਜਾਬ ਤੇ ਹਮਲਾ ਕੀਤਾ, ਤੇ ਉਹਨੇ ਬੜੀ ਆਸਾਨੀ ਨਾਲ ਜਿਹੜੇ ਕਿ ਪੰਜਾਬ ਤੇ ਕਬਜ਼ਾ ਕਰ ਲਿਆ। ਇਸ ਤਰ੍ਹਾਂ ਚੰਦਰਗੁਪਤ ਮੌਰੀਆ ਨੇ ਪੰਜਾਬ ਨੂੰ ਜਿਹੜੀ ਕਿ ਯੂਨਾਨੀਆਂ ਦੀ ਗੁਲਾਮੀ ਦੀਆਂ ਜੰਜੀਰਾਂ ਤੋਂ ਮੁਕਤ ਕਰਾ ਕੇ ਆਪਣੇ ਅਧੀਨ ਕਰ ਲਿਆ। 322 ਈਸਵੀ ਪੂਰਵ ਦੇ ਵਿੱਚ ਉਹਦੀ ਪਹਿਲੀ ਜਿੱਤ ਸੀ। ਉਸ ਤੋਂ ਬਾਅਦ ਮਗਧ ਦੀ ਜਿੱਤ 321 ਈਸਵੀ ਪੂਰਵ, ਠੀਕ ਆ। ਪੰਜਾਬ ਦੀ ਜਿੱਤ ਤੋਂ ਬਾਅਦ ਚੰਦਰਗੁਪਤ ਮੌਰੀਆ ਨੇ ਹੁਣ ਆਪਣਾ ਸਾਰਾ ਧਿਆਨ ਕਿੱਦੇ ਵੱਲ ਲਗਾਇਆ, ਮਗਧ ਦੇ ਵੱਲ ਲਗਾਇਆ। ਤੇ ਇਹ ਇਲਾਕਾ ਭੂਗੋਲਿਕ ਤੇ ਆਰਥਿਕ ਪੱਖ ਤੋਂ ਬਹੁਤ ਜ਼ਿਆਦਾ ਮਹੱਤਵਪੂਰਨ ਸੀ। ਤੇ ਉਸ ਸਮੇਂ ਜਿਹੜੇ ਕਿ ਮਗਧ ਦਾ ਰਾਜਾ ਸੀ ਧਨਾਨੰਦ, ਤੇ ਧਨਾਨੰਦ ਜਿਹੜੇ ਕਿ
ਕੌਟਲਿਆ ਸੀ। ਕੌਟਲਿਆ ਵੀ ਜਿਹੜੇ ਕਿ ਪਹਿਲਾਂ ਧਨਾਨੰਦ ਦੇ ਦਰਬਾਰ ਦੇ ਵਿੱਚ ਸੀ, ਬਟ ਇਹਨਾਂ ਦੀ ਜਿਹੜੇ ਕਿ ਆਪਸ ਦੇ ਵਿੱਚ ਕੋਈ ਅਣਬਣ ਹੋ ਗਈ, ਜਿਸ ਕਰਕੇ ਜਿਹੜੇ ਕਿ ਕੌਟਲਿਆ ਵਿੱਚ ਧਨਾਨੰਦ ਤੋਂ ਬਦਲਾ ਲੈਣਾ ਚਾਹੁੰਦੇ ਸੀ, ਤਾਂ ਕਰਕੇ ਉਹਨੇ ਚੰਦਰਗੁਪਤ ਮੌਰੀਆ ਇੱਕ ਬੱਚਾ ਸੀ, ਬੱਚੇ ਦੇ ਰੂਪ ਦੇ ਵਿੱਚ ਉਹਨੇ ਜਦੋਂ ਉਹਨੂੰ ਖੇਡਦਾ ਦੇਖਿਆ ਤਾਂ ਉਹਨੂੰ ਜਿਹੜੇ ਕਿ ਨਿਪੁੰਨ ਸਮਝੇ ਕਿ ਇਹ ਯੋਗ ਆ ਵੀ ਇਹ ਜਿਹੜੇ ਕਿ ਉਹ ਤੋਂ ਬਦਲਾ ਦਿਵਾਉਣ ਦੇ ਵਿੱਚ ਉਹਦੀ ਹੈਲਪ ਕਰ ਸਕਦਾ, ਤਾਂ ਜਿਹੜੇ ਕਿ ਧਨਾਨੰਦ ਨੂੰ ਹਰਾਉਣ ਦੇ ਲਈ ਕੌਟਲਿਆ ਨੇ ਚੰਦਰਗੁਪਤ ਮੌਰੀਆ ਨੂੰ ਜਿਹੜੇ ਕਿ ਸ਼ਾਸਤਰ ਵਿਦਿਆ ਸਾਰਾ ਕੁਝ ਸਿਖਾਇਆ, ਤੇ ਫਿਰ ਉਹਨਾਂ ਨੇ ਜਿਹੜੇ ਕਿ ਚੰਦਰਗੁਪਤ ਮੌਰੀਆ ਨੇ ਉਹਦੇ ਉਤਸ਼ਾਹ ਤੇ ਜਿਹੜੇ ਕਿ ਧਨਾਨੰਦ ਨੂੰ ਫਿਰ ਹਰਾਇਆ ਸੀ। ਠੀਕ ਹੈ, ਇੱਕ ਸ਼ਾਰਟ ਦੇ ਵਿੱਚ ਮੈਂ ਤੁਹਾਨੂੰ ਸਟੋਰੀਜ਼ ਜੀ ਦੱਸੀ ਹੈ, ਯਾਦ ਰਹਿ ਜਾਣਾ ਫਿਰ। ਤਾਂ ਜਿਹੜੇ ਕਿ ਆਰਥਿਕ ਪੱਖ ਤੋਂ ਜਿਹੜੇ ਕਿ ਭੂਗੋਲਿਕ ਪੱਖ ਤੋਂ ਬਹੁਤ ਜ਼ਿਆਦਾ ਮਹੱਤਵਪੂਰਨ ਸੀ ਮਗਧ, ਤੇ ਉਸ ਸਮੇਂ ਮਗਧ ਦਾ ਰਾਜਾ ਸੀ ਧਨਾਨੰਦ, ਤੇ ਉਹ ਆਪਣੇ ਅਤਿਆਚਾਰਾਂ ਦੇ ਕਾਰਨ ਪਰਜਾ ਦੇ ਵਿੱਚ ਬਹੁਤ ਜ਼ਿਆਦਾ ਬਦਨਾਮ ਸੀ ਧਨਾਨੰਦ। ਤੇ ਇਸ ਤੋਂ ਇਲਾਵਾ ਚੰਦਰਗੁਪਤ ਮੌਰੀਆ ਦਾ ਮੁੱਖ ਜਿਹੜਾ ਸਲਾਹਕਾਰ ਸੀ ਕੌਟਲਿਆ, ਉਹਦਾ ਵੀ ਅਪਮਾਨ ਕੀਤਾ ਸੀ ਧਨਾਨੰਦ ਨੇ, ਤਾਂ ਕਰਕੇ ਧਨਾਨੰਦ ਤੋਂ ਬਦਲਾ ਲੈਣਾ ਚਾਹੁੰਦਾ ਸੀ ਕੌਟਲਿਆ ਵੀ। ਠੀਕ ਹੈ, ਤਾਂ ਇਹਨਾਂ ਕਰਕੇ ਚੰਦਰਗੁਪਤ ਮੌਰੀਆ ਨੇ 321 ਈਸਵੀ ਪੂਰਵ ਦੇ ਵਿੱਚ ਮਗਧ ਤੇ ਹਮਲਾ ਕੀਤਾ, ਤੇ ਇਸ ਲੜਾਈ ਸੰਬੰਧੀ ਜਿਹੜੀ ਕਿ ਇਤਿਹਾਸ ਤੋਂ ਕੋਈ ਖਾਸ ਜਾਣਕਾਰੀ ਨਹੀਂ ਮਿਲਦੀ, ਬਟ ਇੰਨੀ ਕੁ ਗੱਲ ਜ਼ਰੂਰ ਹੈ ਕਿ ਦੋਹਾਂ ਰਾਜੇ ਦੇ ਵਿਚਕਾਰ ਜਿਹੜੀ ਕਿ ਇੱਕ ਭਿਆਨਕ ਲੜਾਈ ਹੋਈ, ਤੇ ਇਸ ਲੜਾਈ ਦੇ ਵਿੱਚ ਵੱਡੀ ਗਿਣਤੀ ਵਿੱਚ ਜਿਹੜੇ ਕਿ ਸੈਨਿਕ ਮਾਰੇ ਗਏ, ਤੇ ਕਿਹਾ ਜਾਂਦਾ ਕਿ ਇਸ ਯੁੱਧ ਦੇ ਵਿੱਚ ਧਨਾਨੰਦ ਤੇ ਉਹਦੇ ਸਾਰੇ ਪਰਿਵਾਰ ਦੇ ਸਾਰੇ ਮੈਂਬਰ ਜਿਹੜੇ ਕਿ ਮਾਰੇ ਗਏ। ਤੇ ਜੈਨ ਪਰੰਪਰਾਵਾਂ ਦੇ ਅਨੁਸਾਰ ਚੰਦਰਗੁਪਤ ਮੌਰੀਆ ਨੇ ਧਨਾਨੰਦ ਨੂੰ ਫਿਰ ਬਾਅਦ ਦੇ ਵਿੱਚ ਮਾਫ ਕਰਤਾ ਸੀ, ਤੇ ਉਸ ਨੂੰ ਮਗਧ ਛੱਡਣ ਦੀ ਜਿਹੜੀ ਕਿ ਇਜਾਜ਼ਤ ਦੇ ਦਿੱਤੀ ਸੀ, ਭਾਵ ਕਿ ਉਹਨੂੰ ਕਹਿਤਾ ਸੀ ਕਿ ਉਹ ਮਗਧ ਨੂੰ ਛੱਡ ਕੇ, ਧਨਾਨੰਦ ਨੂੰ ਕਹਿਤਾ ਸੀ ਕਿ ਮਗਧ ਛੱਡ ਕੇ ਚਲਾ ਜਾਵੇ, ਤੇ ਉਹਨੂੰ ਮਾਫ ਕਰ ਦਿੱਤਾ ਜਾਊਗਾ। ਤੇ ਇਸ ਤੋਂ ਬਾਅਦ ਚੰਦਰਗੁਪਤ ਮੌਰੀਆ ਨੇ 321 ਈਸਵੀ ਪੂਰਵ ਦੇ ਵਿੱਚ ਨੰਦ ਵੰਸ਼ ਦਾ ਖਾਤਮਾ ਕਰਕੇ ਆਪਣੇ ਆਪ ਨੂੰ ਜਿਹੜੇ ਕਿ ਸੁਤੰਤਰ ਸ਼ਾਸਕ ਹੋਣ ਦੀ ਘੋਸ਼ਣਾ ਕਰ ਦਿੱਤੀ, ਤੇ ਪਾਟਲੀਪੁੱਤਰ ਦੇ ਵਿੱਚ ਜਿਹੜੇ ਕਿ ਆਪਣਾ ਸਿੰਘਾਸਨ ਤੇ ਬੈਠ ਗਿਆ ਚੰਦਰਗੁਪਤ ਮੌਰੀਆ 321 ਈਸਵੀ ਪੂਰਵ ਦੇ ਵਿੱਚ। ਤੇ 321 ਈਸਵੀ ਪੂਰਵ ਦੇ ਵਿੱਚ ਜਿਹੜੇ ਕਿ ਉਹ ਸੁਤੰਤਰ ਸ਼ਾਸਕ ਬਣ ਗਿਆ ਚੰਦਰਗੁਪਤ ਮੌਰੀਆ। ਮੌਰੀਆ ਵੰਸ਼ ਦੀ ਉਹਨੇ ਨੀਂਹ ਰੱਖਤੀ ਤੇ ਰਾਜਧਾਨੀ ਬਣਾਈ ਸੀ ਪਾਟਲੀਪੁੱਤਰ। ਉਸ ਤੋਂ ਬਾਅਦ ਅੱਗੇ ਹੈਗਾ ਤੇ 305 ਈਸਵੀ ਦੇ ਵਿੱਚ ਜਿਹੜੇ ਕਿ ਉਹਦਾ ਅਗਲਾ ਸੀ ਜਿੱਤ ਸੈਲਿਊਕਸ ਦੇ ਨਾਲ ਲੜਾਈ 305 ਈਸਵੀ ਦੇ ਵਿੱਚ। ਹਾਂਜੀ, ਚੰਦਰਗੁਪਤ ਮੌਰੀਆ ਦੀ ਸਭ ਤੋਂ ਮਹੱਤਵਪੂਰਨ ਜਿਹੜੀ ਕਿ ਲੜਾਈ ਹੈਗੀ ਆ ਸੈਲਿਊਕਸ ਦੇ ਨਾਲ। ਸੈਲਿਊਕਸ ਜਿਹੜੇ ਕਿ ਸਿਕੰਦਰ ਦਾ ਇੱਕ ਮਹਾਨ ਸੈਨਾਪਤੀ ਸੀ। ਸੈਲਿਊਕਸ ਯੂਨਾਨ ਦਾ ਸੀ, ਠੀਕ ਹੈ, ਤੇ ਸਿਕੰਦਰ ਦਾ ਮਹਾਨ ਸੈਨਾਪਤੀ ਸੀ, ਤੇ ਉਹਨੇ ਪੱਛਮ ਤੇ ਮੱਧ ਏਸ਼ੀਆ ਦੇ ਕਈ ਇਲਾਕਿਆਂ ਉੱਤੇ ਜਿਹੜੇ ਕਿ ਕਬਜ਼ਾ ਕਰ ਲਿਆ ਸੀ, ਤੇ ਆਪਣੇ ਰਾਜ ਦਾ ਹੋਰ ਵਿਸਥਾਰ ਕਰਨ ਦੇ ਲਈ ਸੈਲਿਊਕਸ ਨੇ 305 ਈਸਵੀ ਦੇ ਵਿੱਚ ਭਾਰਤ ਤੇ ਹਮਲਾ ਕੀਤਾ। ਠੀਕ ਹੈ, ਇਹ ਯੂਨਾਨ ਦਾ ਸੀ, ਠੀਕ ਹੈ, ਤੇ ਸਿਕੰਦਰ ਦਾ ਜਿਹੜਾ ਕਿ ਸੈਨਾਪਤੀ ਸੀ। ਤਾਂ ਇਸ ਲੜਾਈ ਦੇ ਵਿੱਚ ਫਿਰ ਚੰਦਰਗੁਪਤ ਨੇ ਸੈਲਿਊਕਸ ਨੂੰ ਹਰਾਇਆ, ਭਾਵ ਕਿ 305 ਈਸਵੀ ਦੇ ਵਿੱਚ ਸੈਲਿਊਕਸ ਨੇ ਭਾਰਤ ਤੇ ਹਮਲਾ ਕੀਤਾ ਸੀ ਆਪਣਾ ਰਾਜ ਵਧਾਉਣ ਦੇ ਲਈ। ਤਾਂ ਇਸ ਦੇ ਵਿੱਚ ਉਹਦੀ ਟੱਕਰ ਹੁਣ ਕਿਹਦੇ ਨਾਲ ਹੋ ਗਈ ਸੀ? ਸੈਲਿਊਕਸ ਦੀ ਚੰਦਰਗੁਪਤ ਮੌਰੀਆ ਦੇ ਨਾਲ। ਤਾਂ ਫਿਰ ਦੋਹਾਂ ਦੇ ਵਿਚਕਾਰ ਜਿਹੜੇ ਕਿ ਇਸ ਲੜਾਈ ਦੇ ਦੌਰਾਨ ਇੱਕ ਸੰਧੀ ਹੋਈ, ਜਿਹਦੇ ਵਿੱਚ 4 ਸੂਬੇ ਜਿਹੜੇ ਸੀ ਕਾਬਲ, ਕੰਧਾਰ, ਹੈਰਾਤ ਤੇ ਬਲੋਚਿਸਤਾਨ, ਇਹ ਇਸ ਸੰਧੀ ਦੇ ਦੌਰਾਨ ਜਿਹੜੇ ਕਿ ਸੈਲਿਊਕਸ ਨੇ ਚੰਦਰਗੁਪਤ ਮੌਰੀਆ ਨੂੰ ਦੇ ਦਿੱਤੇ। ਤਾਂ ਤੇ ਨਾਲ ਦੀ ਨਾਲ ਸੈਲਿਊਕਸ ਨੇ ਆਪਣੀ ਲੜਕੀ ਦਾ ਵਿਆਹ ਚੰਦਰਗੁਪਤ ਮੌਰੀਆ ਨਾਲ ਕਰਤਾ। ਤਾਂ ਫਿਰ ਚੰਦਰਗੁਪਤ ਮੌਰੀਆ ਦੇ ਦਰਬਾਰ ਦੇ ਵਿੱਚ ਮੈਗਸਥੀਨ ਨੂੰ ਜਿਹੜੇ ਕਿ ਰਾਜਦੂਤ ਬਣਾ ਕੇ ਭੇਜਿਆ ਸੈਲਿਊਕਸ ਨੇ। ਠੀਕ ਹੈ, ਕੁਐਸਚਨ ਹੈਗਾ ਸੀ ਨਾ ਸ਼ਾਰਟ ਦੇ ਵਿੱਚ ਆਪਾਂ ਨੇ ਕੀਤਾ ਕਿ ਮੈਗਸਥੀਨ ਕੌਣ ਸੀ? ਮੈਗਸਥੀਨ ਯੂਨਾਨੀ ਜਿਹੜੇ ਕਿ ਲੇਖਕ ਸੀ, ਯੂਨਾਨੀ ਸੀ, ਤੇ ਇਹਨੂੰ ਸੈਲਿਊਕਸ ਨੇ ਚੰਦਰਗੁਪਤ ਮੌਰੀਆ ਦਰਬਾਰ ਦੇ ਵਿੱਚ ਰਾਜਦੂਤ ਦੇ ਵਜੋਂ ਭੇਜਿਆ ਸੀ। ਠੀਕ ਹੈ, ਤਾਂ ਸੈਲਿਊਕਸ ਨੇ ਜਿਹੜੀ ਸੰਧੀ ਹੋਈ ਸੀ 305 ਈਸਵੀ ਦੇ ਵਿੱਚ ਹਮਲੇ ਦੌਰਾਨ, ਤਾਂ ਇੱਕ ਤਾਂ ਉਹਨੇ ਚੰਦਰਗੁਪਤ ਮੌਰੀਆ ਨੂੰ 4 ਪ੍ਰਦੇਸ਼ ਦੇ ਦਿੱਤੇ, ਠੀਕ ਹੈ, ਤੇ ਨਾਲ ਦੀ ਨਾਲ ਆਪਣੀ ਲੜਕੀ ਦਾ ਵਿਆਹ ਵੀ ਜਿਹੜੇ ਕਿ ਚੰਦਰਗੁਪਤ ਮੌਰੀਆ ਨਾਲ ਕਰਤਾ। ਤਾਂ ਫਿਰ ਚੰਦਰਗੁਪਤ ਮੌਰੀਆ ਨੇ ਬਦਲੇ ਦੇ ਵਿੱਚ ਕੀ ਕੀਤਾ? ਤਾਂ ਚੰਦਰਗੁਪਤ ਮੌਰੀਆ ਨੇ 500 ਹਾਥੀ ਸੈਲਿਊਕਸ ਨੂੰ ਦਿੱਤੇ। ਠੀਕ ਹੈ, ਤੇ ਇਹ ਇੱਕ ਚੰਦਰਗੁਪਤ ਮੌਰੀਆ ਦੀ ਇੱਕ ਮਹਾਨ ਸਫਲਤਾ ਸੀ, ਤੇ ਇਸ ਦੇ ਨਾਲ ਉਹਦੀ ਮਾਣ ਇੱਜ਼ਤ ਦੇ ਵਿੱਚ ਉਹ ਵਾਧਾ ਹੋ ਗਿਆ। ਅੱਗੇ ਹੈਗਾ ਹੋਰ ਜਿੱਤਾਂ, ਤੇ ਇਤਿਹਾਸਿਕ ਸਮੱਗਰੀ ਦੀ ਘਾਟ ਕਰਕੇ ਚੰਦਰਗੁਪਤ ਮੌਰੀਆ ਦੇ ਜਿਹੜੇ ਕਿ ਹੋਰ ਜਿੱਤਾਂ ਬਾਰੇ ਨਿਸ਼ਚਿਤ ਰੂਪ ਦੇ ਵਿੱਚ ਕੁਝ ਨਹੀਂ ਕਿਹਾ ਜਾ ਸਕਦਾ, ਬਟ ਇਹ ਅਨੁਮਾਨ ਲਗਾਇਆ ਜਾਂਦਾ ਕਿ ਚੰਦਰਗੁਪਤ ਮੌਰੀਆ ਨੇ ਪੱਛਮ ਦੇ ਵਿੱਚ ਸੌਰਾਸ਼ਟਰ, ਦੱਖਣ ਦੇ ਵਿੱਚ ਮੈਸੂਰ ਤੱਕ ਦੇ ਇਲਾਕਿਆਂ ਨੂੰ ਆਪਣੇ ਅੰਡਰ ਕੀਤਾ ਹੋਇਆ ਸੀ। ਅੱਗੇ ਹੈਗਾ ਸਾਮਰਾਜ ਦਾ ਵਿਸਥਾਰ। ਹਾਂਜੀ, ਚੰਦਰਗੁਪਤ ਮੌਰੀਆ ਨੇ ਇੱਕ ਵਿਸ਼ਾਲ ਸਾਮਰਾਜ ਦੀ ਸਥਾਪਨਾ ਕੀਤੀ। ਠੀਕ ਹੈ, ਉਹਦਾ ਰਾਜ ਉੱਤਰ ਦੇ ਵਿੱਚ ਹਿਮਾਲਿਆ ਤੋਂ ਲੈ ਕੇ ਦੱਖਣ ਵਿੱਚ ਮੈਸੂਰ ਤੱਕ, ਤੇ ਪੂਰਬ ਵਿੱਚ ਬੰਗਾਲ ਤੋਂ ਲੈ ਕੇ ਉੱਤਰ ਪੱਛਮ ਵਿੱਚ ਹਿੰਦੂਕਸ਼ ਪਰਬਤ ਤੱਕ ਫੈਲਿਆ ਹੋਇਆ ਸੀ। ਤੇ ਚੰਦਰਗੁਪਤ ਮੌਰੀਆ ਦੀ ਜਿਹੜੀ ਕਿ ਰਾਜਧਾਨੀ ਸੀ ਪਾਟਲੀਪੁੱਤਰ। ਠੀਕ ਹੈ, ਅੱਗੇ ਹੈਗਾ ਚੰਦਰਗੁਪਤ ਮੌਰੀਆ ਦੀ ਮੌਤ। ਹਾਂਜੀ, ਜੈਨ ਪਰੰਪਰਾਵਾਂ ਦੇ ਅਨੁਸਾਰ ਚੰਦਰਗੁਪਤ ਮੌਰੀਆ ਨੇ ਆਪਣੇ ਜੀਵਨ ਦੇ ਅੰਤਿਮ ਦਿਨਾਂ ਦੇ ਵਿੱਚ ਜੈਨ ਧਰਮ ਨੂੰ ਸਵੀਕਾਰ ਕੀਤਾ ਸੀ, ਤੇ ਉਹਨੇ 24 ਵਰ੍ਹਿਆਂ ਤੱਕ ਸ਼ਾਸਨ ਕਰਨ ਤੋਂ ਬਾਅਦ ਸੰਨਿਆਸ ਧਾਰਨ ਕੀਤਾ। ਮਤਲਬ ਕਿ 24 ਸਾਲਾਂ ਤੱਕ ਦਾ ਉਹਨੇ ਰਾਜ ਕੀਤਾ, ਉਸ ਤੋਂ ਬਾਅਦ ਫਿਰ ਉਹਨੇ ਸੰਨਿਆਸ ਧਾਰਨ ਕਰ ਲਿਆ, ਤੇ ਆਪਣੀ ਰਾਜਗੱਦੀ ਆਪਣੇ ਪੁੱਤਰ ਬਿੰਦੂਸਾਰ ਨੂੰ ਦਿੱਤੀ। ਤੇ ਇਸ ਤੋਂ ਬਾਅਦ ਉਹਨੇ ਜੈਨ ਗੁਰੂ ਭੱਦਰਵਾਹੂ ਦੇ ਨਾਲ ਮੈਸੂਰ ਦੇ ਵਿੱਚ ਚਲਾ ਗਿਆ, ਤੇ ਉੱਥੇ ਉਹਨੇ ਵਰਤ ਰੱਖ ਕੇ ਸਵਰਨ ਵੈਲਗੋਲਾ ਨਾਮੀ ਸਥਾਨ ਤੇ ਆਪਣੇ ਜਿਹੜੇ ਕਿ ਪ੍ਰਾਣ ਤਿਆਗੇ ਸੀ। ਤੇ 298 ਈਸਵੀ ਪੂਰਵ ਦੀ ਇਹ ਘਟਨਾ।
ਤੇ ਅੱਗੇ ਕੁਐਸਚਨ ਆਪਾਂ ਇਹਦੇ ਨਾਲੇ ਕਰਦੇ ਹਾਂ ਕਿ ਚੰਦਰਗੁਪਤ ਮੌਰੀਆ ਦੇ ਅਧੀਨ ਜਿਹੜੇ ਕਿ ਸ਼ਾਸਨ ਪ੍ਰਬੰਧ, ਠੀਕ ਹੈ, ਤੁਹਾਨੂੰ ਕੁਐਸਚਨ ਪੁੱਛਿਆ ਜਾਏ ਚੰਦਰਗੁਪਤ ਮੌਰੀਆ ਦਾ ਸੈਨਿਕ ਤੇ ਅਸੈਨਿਕ ਸ਼ਾਸਨ ਪ੍ਰਬੰਧ ਦੱਸੋ, ਠੀਕ ਹੈ, ਜਾਂ ਚੰਦਰਗੁਪਤ ਮੌਰੀਆ ਸ਼ਾਸਕ ਦੇ ਅਧੀਨ ਕੇਂਦਰੀ ਸੂਬਾਈ ਮਾਲੀਆ ਜਿਹੜੇ ਕਿ ਸ਼ਾਸਨ ਪ੍ਰਬੰਧ ਲਿਖੋ, ਜਾਂ ਸਿੱਧਾ ਹੀ ਮੌਰੀਆ ਸ਼ਾਸਨ ਪ੍ਰਬੰਧ ਆ ਸਕਦਾ, ਜਾਂ ਮੌਰੀਆ ਅਧੀਨ ਪ੍ਰਸ਼ਾਸਨ ਤੇ ਨੋਟ ਲਿਖੋ, ਜਾਂ ਚੰਦਰਗੁਪਤ ਮੌਰੀਆ ਦੇ ਨਾਗਰਿਕ ਤੇ ਸੈਨਿਕ ਪ੍ਰਬੰਧ ਦੱਸੋ, ਠੀਕ ਹੈ, ਜਾਂ ਉਹਦਾ ਸਿਵਲ ਤੇ ਸੈਨਿਕ ਪ੍ਰਬੰਧ ਦੱਸੋ, ਜਾਂ ਸ਼ਾਸਨ ਪ੍ਰਬੰਧ ਦੀ ਜਿਹੜੀ ਕਿ ਵਿਸ਼ੇਸ਼ਤਾਵਾਂ ਵਾਲਾ ਕੁਐਸਚਨ ਹੈ। ਇਹ ਇਕੱਠਾ ਕੁਐਸਚਨ ਅਟੈਚ ਹੋ ਕੇ ਵੀ ਆ ਸਕਦਾ ਤੇ ਅਲੱਗ ਵੀ ਆ ਸਕਦਾ। ਜਾਂ ਮੌਰੀਆ ਸ਼ਾਸਨ ਪ੍ਰਬੰਧ ਦੀ ਜਿਹੜੀ ਕਿ ਵਿਸ਼ੇਸ਼ਤਾਵਾਂ ਜਾਂ ਚੰਦਰਗੁਪਤ ਮੌਰੀਆ ਸ਼ਾਸਨ ਪ੍ਰਬੰਧ ਦੀ ਵਿਸ਼ੇਸ਼ਤਾਵਾਂ ਇੱਕੋ ਗੱਲ ਆ। ਤਾਂ ਪਹਿਲਾ ਜਿਹੜਾ ਕਿ ਕੇਂਦਰੀ ਸ਼ਾਸਨ ਪ੍ਰਬੰਧ ਜਿਹਦੇ ਵਿੱਚ ਆਊਗਾ ਰਾਜਾ। ਹਾਂਜੀ, ਰਾਜ ਸਾਮਰਾਜ ਦਾ ਜਿਹੜੇ ਕਿ ਸਰਵਉੱਚ ਅਧਿਕਾਰੀ ਸੀ। ਰਾਜੇ ਦੀਆਂ ਸ਼ਕਤੀਆਂ ਅਸੀਮਤ ਹੁੰਦੀਆਂ ਨੇ ਤੇ ਉਹਦੇ ਮੂੰਹ ਦੇ ਵਿੱਚੋਂ ਨਿਕਲਿਆ ਹਰ ਸ਼ਬਦ ਆ ਜਿਹੜੇ ਕਿ ਕਾਨੂੰਨ ਸਮਝਿਆ ਜਾਂਦਾ ਸੀ। ਤੇ ਰਾਜਾ ਕਿਸੇ ਵੀ ਅਪਰਾਧੀ ਨੂੰ ਸਖਤ ਤੋਂ ਸਖਤ ਸਜ਼ਾ ਦੇ ਸਕਦਾ ਸੀ, ਕਿਸੇ ਦੀ ਸਜ਼ਾ ਨੂੰ ਮਾਫ ਕਰ ਸਕਦਾ ਸੀ, ਕਿਸੇ ਦੀ ਸਜ਼ਾ ਨੂੰ ਘਟਾ ਸਕਦਾ ਸੀ। ਤੇ ਮੰਤਰੀਆਂ ਤੇ ਜਾਂ ਹੋਰ ਕਿਸੇ ਦੇ ਵੀ ਅਹੁਦਿਆਂ ਤੇ ਨਿਯੁਕਤੀ ਕਰਨੀ ਸਾਰੇ ਹੀ ਜਿਹੜੇ ਕਿ ਰਾਜੇ ਦਾ ਕੰਮ ਹੁੰਦਾ ਸੀ। ਤੇ ਉਹ ਸਾਰੀ ਸੈਨਾਵਾਂ ਦਾ ਸਰਵਉੱਚ ਸੈਨਾਪਤੀ ਸੀ ਤੇ ਕੇਵਲ ਰਾਜਾ ਹੀ ਵਿਦੇਸ਼ਾਂ ਨਾਲ ਸੰਧੀ ਉਹਦੀ ਘੋਸ਼ਣਾ ਕਰਨ ਦਾ ਸਾਰਾ ਕੁਝ ਇਹਦੇ ਹੱਕ ਦੇ ਵਿੱਚ ਹੁੰਦਾ ਸੀ। ਮਤਲਬ ਕਿ ਟੋਟਲ ਹੀ ਪਾਵਰ ਰਾਜੇ ਦੇ ਹੱਥਾਂ ਦੇ ਵਿੱਚ ਹੁੰਦੀ ਸੀ। ਬਟ ਫਿਰ ਵੀ ਮੌਰੀਆ ਸ਼ਾਸਕ ਜਿਹੜੇ ਕਿ ਆਪਣੀ ਸ਼ਕਤੀ ਦੀ ਕੁਵਰਤੋਂ ਨਹੀਂ ਕਰਦੇ ਸੀ, ਉਹ ਪ੍ਰਜਾ ਦੀ ਭਲਾਈ ਦੇ ਵੱਲ ਹਮੇਸ਼ਾ ਧਿਆਨ ਰੱਖਦੇ ਸੀ। ਅੱਗੇ ਆਊਗਾ ਮੰਤਰੀ। ਹਾਂਜੀ, ਮੌਰੀਆ ਸ਼ਾਸਕ, ਇੱਥੇ ਤੁਸੀਂ ਫਿਰ ਲਿਖ ਦੇਣਾ ਚੰਦਰਗੁਪਤ ਮੌਰੀਆ, ਠੀਕ ਆ। ਉਹਨੇ ਪ੍ਰਸ਼ਾਸਨ ਦੀ ਸਹੂਲਤ ਲਈ ਇੱਕ ਮੰਤਰੀ ਪ੍ਰੀਸ਼ਦ ਬਣਾਈ ਹੋਈ ਸੀ, ਜਿਹੜਾ ਕੇਵਲ ਸਿਰਫ ਯੋਗ ਤੇ ਇਮਾਨਦਾਰੀ ਵਿਅਕਤੀ ਨੂੰ ਹੀ ਮੰਤਰੀ ਦੇ ਅਹੁਦੇ ਤੇ ਰੱਖਿਆ ਜਾਂਦਾ ਸੀ, ਠੀਕ ਹੈ। ਇਹ ਹੈ ਕਿਹੜੇ ਕਿਹੜੇ ਸੀ, ਇਹਨਾਂ 'ਚ ਦੇਖਦੇ ਹਾਂ ਆਪਾਂ ਕਿਹੜੇ ਕਿਹੜੇ ਮੰਤਰੀ ਕਿਹੜੇ ਕਿਹੜੇ ਸੀ। ਤੇ ਮੰਤਰੀ ਪ੍ਰੀਸ਼ਦ ਬਾਰੇ ਜਿਹੜੇ ਕਿ ਕੌਟਲਿਆ ਦੇ ਵਿਚਾਰ ਸੀ ਕਿ ਇਕੱਲਾ ਰਾਜਾ ਇੱਕ ਪਹੀਏ, ਜਿਵੇਂ ਕੌਟਲਿਆ ਦੇ ਅਨੁਸਾਰ ਵੀ ਇਕੱਲਾ ਰਾਜਾ ਇੱਕ ਪਹੀਏ ਦੇ ਰੱਥ ਦੀ ਤਰ੍ਹਾਂ, ਵੀ ਜਿਵੇਂ ਪਹੀਆ ਰੱਥ ਨੂੰ ਨਹੀਂ ਚਲਾ ਸਕਦਾ ਉਵੇਂ ਹੀ ਜਿਹੜੇ ਕਿ ਰੱਥ ਨੂੰ ਚਲਾਉਣ ਦੇ ਲਈ ਦੂਜੇ ਪਹੀਏ ਦੀ ਜ਼ਰੂਰਤ ਹੁੰਦੀ ਹੈ, ਇਕੱਲਾ ਇੱਕ ਪਹੀਆ ਨਹੀਂ ਚਲਾ ਸਕਦਾ। ਤਾਂ ਉਸੇ ਤਰ੍ਹਾਂ ਜਿਹੜੇ ਕਿ ਰਾਜ ਨੂੰ ਚਲਾਉਣ ਦੇ ਲਈ ਮੰਤਰੀ ਮੰਡਲ ਵੀ ਜ਼ਰੂਰੀ ਹੈ, ਠੀਕ ਹੈ। ਕੌਟਲਿਆ ਨੇ ਕਿਹਾ ਹੋਇਆ ਸੀ ਅਰਥ ਸ਼ਾਸਤਰ ਦੇ ਵਿੱਚ। ਤੇ ਸਟੂਡੈਂਟਸ ਇਸ ਕੁਐਸਚਨ ਦੇ ਵਿੱਚ ਵੀ, ਜਿਵੇਂ ਮੈਂ ਤੁਹਾਨੂੰ ਹਰ ਕੁਐਸਚਨ 'ਚ ਕਹਿੰਦੇ ਕਿ ਕੁਐਸਚਨ ਯਾਦ ਕਰਨ ਦਾ ਢੰਗ ਕੀ ਹੈ, ਸਭ ਤੋਂ ਪਹਿਲਾਂ ਹੈਡਿੰਗ ਯਾਦ ਕਰੋ। ਜਿਵੇਂ ਇਹਦੇ ਵਿੱਚ ਪਹਿਲਾਂ ਕੇਂਦਰੀ ਸ਼ਾਸਨ ਪ੍ਰਬੰਧ ਦੇ ਵਿੱਚ ਦੇਖੋ ਕਿਹੜੇ ਕਿਹੜੇ ਪੁਆਇੰਟ ਨੇ, ਰਾਜਾ ਤੇ ਫਿਰ ਮੰਤਰੀ, ਠੀਕ ਹੈ। ਮੰਤਰੀਆਂ ਦੇ ਵਿੱਚ ਪ੍ਰਧਾਨ ਮੰਤਰੀ, ਠੀਕ ਹੈ, ਪ੍ਰਧਾਨ ਮੰਤਰੀ ਪ੍ਰਸ਼ਾਸਨ ਨਾਲ ਸੰਬੰਧਿਤ ਸਾਰੇ ਵਿਭਾਗਾਂ ਦੀ ਦੇਖਭਾਲ ਕਰਦਾ ਸੀ ਤੇ ਸਮਰਾਟ ਨੂੰ ਸਲਾਹ ਦਿੰਦਾ ਸੀ। ਤੇ ਚੰਦਰਗੁਪਤ ਮੌਰੀਆ ਦਾ ਪ੍ਰਧਾਨ ਮੰਤਰੀ ਸੀ ਕੌਟਲਿਆ, ਠੀਕ ਹੈ, ਇਹ ਵੀ ਲਾਈਨ ਲਿਖਣੀ ਹੈ ਕੌਟਲਿਆ। ਅੱਗੇ ਹੈਗਾ ਪੁਰੋਹਿਤ ਜਿਹੜੇ ਕਿ ਰਾਜ ਦਾ ਮੰਤਰੀ ਸੀ, ਧਾਰਮਿਕ ਮਾਮਲੇ ਵਿੱਚ ਸਮਰਾਟ ਨੂੰ ਸਲਾਹ ਦਿੰਦਾ ਸੀ। ਤੇ ਸੈਨਾਪਤੀ ਸੈਨਾ ਦਾ ਮੁਖੀਆ ਹੁੰਦਾ ਸੀ, ਸਮਰਾਟ ਨੂੰ ਯੁੱਧ ਤੇ ਸੰਧੀ ਸੰਬੰਧੀ ਸਲਾਹ ਦਿੰਦਾ ਸੀ। ਸਨਿਤਾਤਾ ਜਿਹੜਾ ਕਿ ਰਾਜ ਦਾ ਖਜ਼ਾਨਾ ਮੰਤਰੀ ਸੀ। ਸਮਹਰਤਾ ਰਾਜ ਦਾ ਵਿੱਤ ਮੰਤਰੀ ਹੁੰਦਾ ਸੀ, ਠੀਕ ਹੈ। ਤੇ ਉਸ ਤੋਂ ਅੱਗੇ ਆਊਗਾ ਦੰਡਪਾਲ, ਤੇ ਇਹ ਪੁਲਿਸ ਵਿਭਾਗ ਦਾ ਮੁਖੀ ਸੀ ਤੇ ਇਹਦਾ ਮੁੱਖ ਕੰਮ ਸੀ ਰਾਜ ਦੇ ਵਿੱਚ ਸ਼ਾਂਤੀ ਬਣਾ ਕੇ ਰੱਖਣਾ, ਦੰਡ ਦੇਣਾ। ਤੇ ਦੁਰਗਪਾਲ ਸੀ, ਦੁਰਗ ਜਾਂ ਕਿਲੇ ਦੀ ਰਾਖੀ ਕਰਦਾ ਸੀ। ਅਮਾਤਿਆ ਸੀ, ਨਿਆਂ ਤੇ ਪ੍ਰਸ਼ਾਸਕੀ ਮੰਤਰੀ ਸੀ। ਕਰਮਾਤਿਕ ਕਾਰਖਾਨੇ ਦੇਖਭਾਲ ਕਰਦਾ ਸੀ। ਦੁਬਾਰਿਕਾ ਜਿਹੜੇ ਕਿ ਗ੍ਰਹਿ ਮੰਤਰੀ ਸੀ, ਠੀਕ ਹੈ। ਤੇ ਸਟੂਡੈਂਟਸ ਇਹ ਸਾਰੇ ਮੰਤਰੀ ਯਾਦ ਕਰਨੇ ਨੇ, ਤੁਸੀਂ ਕਰ ਸਕਦੇ ਹੋ। ਅਗਰ ਨਹੀਂ ਫਿਰ ਤੁਸੀਂ ਇਹਨਾਂ ਦੇ ਵਿੱਚੋਂ 4-5 ਤੁਸੀਂ ਜ਼ਰੂਰ ਯਾਦ ਕਰਨੇ ਨੇ, ਜਿਵੇਂ ਪ੍ਰਧਾਨ ਮੰਤਰੀ, ਪੁਰੋਹਿਤ, ਸੈਨਾਪਤੀ, ਸਨਿਤਾਤਾ, ਸਮਹਰਤਾ, ਠੀਕ ਹੈ, ਜਿੰਨੇ ਕੁ ਯਾਦ ਰਹਿ ਸਕਣ। ਤੇ ਮੌਰੀਆ ਕਾਲ ਦੇ ਵਿੱਚ ਉੱਚ ਅਧਿਕਾਰੀ ਨੂੰ ਕੀ ਕਹਿੰਦੇ ਸੀ, ਤੀਰਥ, ਠੀਕ ਹੈ। ਤੇ ਇਹਨਾਂ ਅਧਿਕਾਰੀਆਂ ਨੂੰ ਨਗਦ ਤਨਖਾਹ ਦਿੱਤੀ ਜਾਂਦੀ ਸੀ। ਅੱਗੇ ਆਊਗਾ ਪ੍ਰਾਂਤਾਂ ਦਾ ਪ੍ਰਬੰਧ। ਹਾਂਜੀ, ਚੰਦਰਗੁਪਤ ਮੌਰੀਆ ਨੇ ਇੱਕ ਵਿਸ਼ਾਲ ਸਾਮਰਾਜ ਦੀ ਸਥਾਪਨਾ ਕੀਤੀ ਤੇ ਉਹਨੇ ਸ਼ਾਸਨ ਪ੍ਰਬੰਧ ਦੀ ਕੁਸ਼ਲਤਾ ਲਈ ਸਾਮਰਾਜ ਨੂੰ 4 ਪ੍ਰਾਂਤਾਂ ਵਿੱਚ ਵੰਡਿਆ ਸੀ ਚੰਦਰਗੁਪਤ ਮੌਰੀਆ ਨੇ, ਠੀਕ ਹੈ। ਪਹਿਲਾ ਪ੍ਰਾਂਤ ਕਿਹੜਾ ਸੀ, ਮਗਧ ਪ੍ਰਾਂਤ ਸੀ, ਜਿਹਦੀ ਰਾਜਧਾਨੀ ਪਾਟਲੀਪੁੱਤਰ ਸੀ। ਤੇ ਦੂਜਾ ਜਿਹੜਾ ਕਿ ਸਿੱਧਾ ਚੰਦਰਗੁਪਤ ਮੌਰੀਆ ਦੇ ਅਧੀਨ ਸੀ। ਦੂਜਾ ਸੀ ਉੱਤਰ ਪੱਛਮੀ ਪ੍ਰਾਂਤ, ਜਿਹਦੀ ਰਾਜਧਾਨੀ ਤਕਸ਼ੀਲਾ ਸੀ। ਤੀਜਾ ਸੀ ਪੱਛਮੀ ਪ੍ਰਾਂਤ, ਜਿਹੜਾ ਕਿ ਉਜੈਨ ਰਾਜਧਾਨੀ ਸੀ। ਚੌਥਾ ਸੀ ਦੱਖਣੀ ਪ੍ਰਾਂਤ, ਜਿਹਦੀ ਰਾਜਧਾਨੀ ਸੀ ਸਵਰਨਗਿਰੀ। ਤੇ ਜਿਹੜਾ ਪੰਜਵਾਂ ਪ੍ਰਾਂਤ ਸੀ ਕਲਿੰਗ, ਇਹ ਮਿਲਾਇਆ ਸੀ ਅਸ਼ੋਕ ਨੇ, ਠੀਕ ਹੈ। ਜਦੋਂ ਚੰਦਰਗੁਪਤ ਮੌਰੀਆ ਬਾਰੇ ਵੇਰਵਾ ਆਊਗਾ ਫਿਰ ਤੁਸੀਂ ਕਲਿੰਗ ਬਾਰੇ ਨਹੀਂ ਦੇਣਾ, ਠੀਕ ਹੈ। ਇਹ ਵੈਸੇ ਚਲੋ ਤੁਹਾਨੂੰ ਸ਼ਾਰਟਲੀ ਇੰਪੋਰਟੈਂਟ ਹੋ ਜਾਊਗਾ ਇਹ ਵੀ ਕਲਿੰਗ ਨੂੰ ਜਿਹੜਾ ਕਿ ਅਸ਼ੋਕ ਨੇ ਜਿੱਤਿਆ ਸੀ, ਪੰਜਵਾਂ ਪ੍ਰਾਂਤ ਬਣਾਇਆ ਸੀ ਤੇ ਤੋਸ਼ਾਲੀ ਦੀ ਰਾਜਧਾਨੀ ਬਣਾਈ ਸੀ। ਤੇ ਪ੍ਰਾਂਤ ਦੇ ਮੁਖੀ ਨੂੰ ਕੀ ਕਿਹਾ ਜਾਂਦਾ ਸੀ, ਕੁਮਾਰ ਕਹਿੰਦੇ ਸੀ। ਤੇ ਆਮ ਤੌਰ ਤੇ ਰਾਜਕੁਮਾਰ ਨੂੰ ਹੀ ਕੁਮਾਰ ਆ ਜਿਹੜੇ ਕਿ ਬਣਾਇਆ ਜਾਂਦਾ ਸੀ, ਭਾਵ ਕਿ ਪ੍ਰਾਂਤਾਂ ਦੇ ਮੁਖੀ ਬਣਾਇਆ ਜਾਂਦਾ ਸੀ। ਪ੍ਰਾਂਤਾਂ ਦੇ ਮੁਖੀ ਦਾ ਕੰਮ ਕੀ ਸੀ, ਪ੍ਰਾਂਤ ਦੇ ਵਿੱਚ ਸ਼ਾਂਤੀ ਤੇ ਲੋਕਾਂ ਦੀ ਭਲਾਈ ਦੇ ਲਈ ਕਾਰਜ ਕਰਨਾ, ਠੀਕ ਹੈ। ਅੱਗੇ ਆਊਗਾ ਜ਼ਿਲ੍ਹੇ। ਹਾਂਜੀ, ਮੌਰੀਆ ਸ਼ਾਸਕਾਂ ਨੇ, ਚੰਦਰਗੁਪਤ ਮੌਰੀਆ ਨੇ ਪ੍ਰਾਂਤਾਂ ਨੂੰ ਅੱਗੇ ਜ਼ਿਲ੍ਹਿਆਂ ਵਿੱਚ ਵੰਡਿਆ ਹੋਇਆ ਸੀ। ਜ਼ਿਲ੍ਹਿਆਂ ਨੂੰ ਕਹਿੰਦੇ ਸੀ ਜਨਪਦ, ਉਸ ਸਮੇਂ ਦੇ ਵਿੱਚ ਜ਼ਿਲ੍ਹਿਆਂ ਨੂੰ ਕਹਿੰਦੇ ਸੀ ਜਨਪਦ। ਤੇ ਜ਼ਿਲ੍ਹਿਆਂ ਦਾ ਮੁਖੀ ਹੁੰਦਾ ਸੀ ਪ੍ਰਦੇਸ਼ਕ, ਠੀਕ ਹੈ। ਪਹਿਲਾਂ ਹੁੰਦੇ ਸੀ ਪ੍ਰਾਂਤ, ਪ੍ਰਾਂਤਾਂ ਨੂੰ ਅੱਗੇ ਸਟੇਟ, ਸਟੇਟਾਂ ਨੂੰ ਅੱਗੇ ਜ਼ਿਲ੍ਹਿਆਂ ਵਿੱਚ ਵੰਡਿਆ ਹੋਇਆ ਸੀ। ਜ਼ਿਲ੍ਹਿਆਂ ਨੂੰ ਕਹਿੰਦੇ ਸੀ ਜਨਪਦ ਤੇ ਜਨਪਦ ਦਾ ਮੁਖੀ ਹੁੰਦਾ ਸੀ ਪ੍ਰਦੇਸ਼ਕ। ਤੇ ਉਹ ਜਨਪਦ ਦੇ ਸਮੁੱਚੇ ਪ੍ਰਸ਼ਾਸਨ ਲਈ ਜ਼ਿੰਮੇਵਾਰ ਸੀ ਤੇ ਉਹਦੀ ਸਹਾਇਤਾ ਲਈ ਰਾਜੁਕ ਤੇ ਜੁਗਤ ਨਾਂ ਦੇ ਅਧਿਕਾਰੀ ਹੁੰਦੇ ਸੀ। ਰਾਜੁਕ ਖੇਤੀ ਅਧੀਨ ਜਿਹੜੇ ਕਿ ਭੂਮੀ ਦਾ ਸਰਵੇਖਣ ਕਰਨਾ ਤੇ ਉਹਦਾ ਲਗਾਨ ਨਿਸ਼ਚਿਤ ਕਰਨਾ ਇਹਦਾ ਕੰਮ ਸੀ। ਜੁਗਤ ਲੇਖਾ ਅਧਿਕਾਰੀ ਸੀ। ਅੱਗੇ ਆਊਗਾ ਨਗਰਾਂ ਦਾ ਪ੍ਰਬੰਧ। ਹਾਂਜੀ, ਮੌਰੀਆ ਕਾਲ ਦੇ ਵਿੱਚ ਵੱਡੇ ਵੱਡੇ ਨਗਰ ਸੀ, ਜਿਵੇਂ ਪਾਟਲੀਪੁੱਤਰ ਹੋ ਗਿਆ, ਤਕਸ਼ੀਲਾ ਹੋ ਗਿਆ, ਉਜੈਨ ਹੋ ਗਿਆ। ਤੇ ਨਗਰ ਦੇ ਮੁਖੀ ਨੂੰ ਨਗਰ ਅਧਿਕਸ਼ ਕਹਿੰਦੇ ਸੀ। ਤੇ ਨਗਰਾਂ ਦੇ ਵਿੱਚ ਹੈਲਪ ਦੇ ਲਈ ਜਿਹੜੇ ਕਿ 30 ਮੰਤਰੀ ਹੁੰਦੇ ਸੀ, ਭਾਵ ਕਿ ਇੱਕ ਸਮਿਤੀ ਸੀ ਜਿਹਦੇ ਵਿੱਚ 6 ਵਿਭਾਗ ਸੀ, ਹਰ ਇੱਕ ਦੇ ਵਿੱਚ 5-5 ਅੱਗੇ
ਵਿਅਕਤੀ ਹੁੰਦੇ ਸੀ। ਪਹਿਲੀ ਸਮਿਤੀ ਦਾ ਕੰਮ ਸ਼ਿਲਪਕਾਰ ਤੇ ਖਾਰਕਾਨਾ ਵਾਲੇ ਦੀ ਦੇਖਭਾਲ ਸੀ, ਠੀਕ ਹੈ। ਦੂਜੀ ਦਾ ਕੰਮ ਸੀ ਵਪਾਰ ਲਈ ਵਿਦੇਸ਼ੀਆਂ ਦੇ ਹਿੱਤਾਂ ਦੀ ਰੱਖਿਆ ਕਰਨਾ। ਤੀਜੀ ਦਾ ਕੰਮ ਸੀ ਜਨਮ ਮਿਤੀ ਦਾ ਵੇਰਵਾ ਰੱਖਣਾ, ਜਨਮ ਮਰਨ ਦਾ। ਤੇ ਚੌਥੀ ਸੀ ਵਪਾਰ ਸੰਬੰਧੀ ਨਿਯਮ ਬਣਾਉਣ ਦਾ ਕੰਮ। ਪੰਜਵੀਂ ਦਾ ਕਾਰਖਾਨੇ ਸੰਬੰਧੀ ਬਣਨ ਵਾਲੀ ਵਸਤੂਆਂ ਦਾ ਨਿਰੀਖਣ ਕਰਨਾ। ਛੇਵੀਂ ਸੀ ਸਮਿਤੀ ਵਿਕਰੀ ਟੈਕਸ ਇਕੱਠਾ ਕਰਨਾ, ਠੀਕ ਹੈ। ਅੱਗੇ ਆਊਗਾ ਸਥਾਨਕ ਪ੍ਰਬੰਧ। ਹਾਂਜੀ, ਸਥਾਨਕ ਪ੍ਰਬੰਧ ਜ਼ਿਲ੍ਹਿਆਂ ਨੂੰ ਜਾਂ ਜਨਪਦਾਂ ਨੂੰ ਅੱਗੇ ਕਈ ਭਾਗਾਂ ਵਿੱਚ ਵੰਡਿਆ ਜਾਂਦਾ ਸੀ। ਹਰ ਇੱਕ ਭਾਗ ਦੇ ਵਿੱਚ 5 ਤੋਂ 10 ਤੱਕ ਜਿਹੜੇ ਕਿ ਪਿੰਡ ਹੁੰਦੇ ਸੀ। ਇਹ ਸਟੂਡੈਂਟਸ ਇਹ ਅਗਲਾ ਪੁਆਇੰਟ ਚੱਲ ਰਿਹਾ। ਸਭ ਤੋਂ ਪਹਿਲਾਂ ਆਪਾਂ ਨੇ ਦੁਬਾਰਾ ਰਿਪੀਟ ਕਰਵਾਉਣੇ ਪੁਆਇੰਟ। ਸਭ ਤੋਂ ਪਹਿਲਾਂ ਆਇਆ ਕੇਂਦਰੀ ਰਾਜ ਪ੍ਰਬੰਧ, ਜਿਹੜਾ ਤੁਸੀਂ ਵਿਚਕਾਰ ਲਿਖਣਾ, ਠੀਕ ਹੈ, ਵਿਚਕਾਰ ਦੇਣਾ। ਫਿਰ ਕੇਂਦਰੀ ਰਾਜ ਪ੍ਰਬੰਧ ਦੇ ਵਿੱਚ ਰਾਜ ਅਤੇ ਮੰਤਰੀ ਆਉਣਗੇ। ਫਿਰ ਤੁਸੀਂ ਅਗਲਾ ਪੁਆਇੰਟ ਦੇਣਾ ਪ੍ਰਾਂਤਕ ਪ੍ਰਬੰਧ, ਠੀਕ ਹੈ। ਪ੍ਰਾਂਤਕ ਪ੍ਰਬੰਧ ਵੀ ਮੇਨ ਪੁਆਇੰਟ ਆ, ਪ੍ਰਾਂਤਾਂ ਦਾ ਪ੍ਰਬੰਧ ਵਿਚਕਾਰ ਲਿਖਣਾ, ਠੀਕ ਹੈ। ਵਿਚਾਰ ਤੁਸੀਂ ਸਰਕਲ ਕਰਕੇ ਅੰਡਰਲਾਈਨ ਕਰਕੇ ਲਿਖਣਾ। ਫਿਰ ਥਰਡ ਤੇ ਆਊਗਾ ਜ਼ਿਲ੍ਹਿਆਂ ਦਾ ਪ੍ਰਬੰਧ, ਫਿਰ ਆਊਗਾ ਨਗਰਾਂ ਦਾ ਪ੍ਰਬੰਧ, ਠੀਕ ਹੈ। ਸਾਰੇ ਮੇਨ ਵੱਡੇ ਹੈਡਿੰਗਾਂ ਦੇ ਵਿੱਚ ਦੇਣੇ ਨੇ, ਠੀਕ ਹੈ। ਫਿਰ ਪੰਜਵਾਂ ਆਊਗਾ ਜਿਹੜੇ ਕਿ ਸਥਾਨਕ ਪ੍ਰਬੰਧ। ਸਥਾਨਕ ਪ੍ਰਬੰਧ ਦੇ ਵਿੱਚ ਜ਼ਿਲ੍ਹਿਆਂ ਨੂੰ ਜਿਹੜੇ ਨੂੰ ਜਨਪਦ ਕਹਿੰਦੇ ਸੀ ਉਹਨਾਂ ਨੂੰ ਅੱਗੇ ਜਿਹੜੇ ਕਿ ਵੰਡਿਆ ਗਿਆ ਸਥਾਨਕ ਭਾਗਾਂ ਦੇ ਵਿੱਚ। ਸਥਾਨਕ ਭਾਗਾਂ ਦੇ ਵਿੱਚ ਆਉਂਦੇ ਸੀ ਜਿਨ੍ਹਾਂ ਦੇ ਵਿੱਚ 5 ਤੋਂ 10 ਜਿਹੜੇ ਕਿ ਪਿੰਡ ਹੁੰਦੇ ਸੀ, ਜਿਨ੍ਹਾਂ ਨੂੰ ਕਹਿੰਦੇ ਸੀ ਗੋਪ, ਠੀਕ ਆ, ਗੋਪ। ਅਤੇ ਸਥਾਨਕ ਇਹਨਾਂ ਸਾਂਝੇ ਪਿੰਡਾਂ ਦੇ ਦੋ ਮੁੱਖ ਅਧਿਕਾਰੀ ਸੀ, ਗੋਪ ਤੇ ਸਥਾਨਕ, ਠੀਕ ਹੈ। ਇਹਨਾਂ ਭਾਵ ਕਿ ਪਿੰਡਾਂ ਦੇ ਸਾਂਝੇ ਪਿੰਡਾਂ ਦੇ ਜਿਹੜੇ ਕਿ ਅਧਿਕਾਰੀ ਹੁੰਦੇ ਸੀ। ਤੇ ਗੋਪ ਦਾ ਕੰਮ ਸੀ ਭੂਮੀ ਤੇ ਖੇਤੀਬਾੜੀ ਸੰਬੰਧੀ ਸਾਰੇ ਰਿਕਾਰਡ ਰੱਖਣਾ, ਠੀਕ ਹੈ। ਤੇ ਸਥਾਨਕ ਭੂਮੀ ਦਾ ਜਿਹੜੇ ਕਿ ਲਗਾਨ ਇਕੱਠਾ ਕਰਨਾ। ਤੇ ਪਿੰਡ ਦਾ ਮੁਖੀ ਹੁੰਦਾ ਸੀ ਗ੍ਰਾਮਿਕ, ਪਿੰਡ ਦਾ ਮੁਖੀ ਹੁੰਦਾ ਸੀ ਗ੍ਰਾਮਿਕ। ਤੇ ਉਹਦੀ ਸਹਾਇਤਾ ਲਈ ਹੁੰਦੀ ਸੀ ਪੰਚਾਇਤ। ਤੇ ਕੇਂਦਰੀ ਸਰਕਾਰ ਵਿੱਤੀ ਸਥਾਨਕ ਪ੍ਰਬੰਧ ਦੇ ਵਿੱਚ ਘੱਟ ਦਖਲਅੰਦਾਜ਼ੀ ਕਰਦੀ ਸੀ। ਸਟੂਡੈਂਟਸ, ਮੈਂ ਥੋੜਾ ਤੇਜ਼ ਬੋਲ ਰਹੀ ਹਾਂ, ਮੈਂ ਤਾਂ ਬੋਲ ਰਹੀ ਹਾਂ ਤਾਂ ਕਿ ਟੌਪਿਕ ਜਲਦੀ ਕੰਪਲੀਟ ਹੋ ਜਾਣ। ਅੱਗੇ ਹੈਗਾ ਵਿੱਤੀ ਪ੍ਰਬੰਧ, ਠੀਕ ਹੈ। ਵਿੱਤੀ ਪ੍ਰਬੰਧ ਦੇ ਵਿੱਚ ਇਹ ਸਟੂਡੈਂਟ 6ਵਾਂ ਪੁਆਇੰਟ ਹੋ ਗਿਆ ਜਿਹੜਾ ਤੁਸੀਂ ਵਿਚਕਾਰ ਲਿਖਣਾ, ਠੀਕ ਹੈ। ਮੇਨ ਹੈਡਿੰਗ ਨੇ ਇਹ। ਮੌਰੀਆ ਸ਼ਾਸਕਾਂ ਦਾ ਵਿੱਤੀ ਪ੍ਰਬੰਧ ਵੀ ਕਾਫੀ ਚੰਗਾ ਸੀ। ਸਰਕਾਰ ਦੀ ਆਮਦਨ ਦਾ ਭੂਮੀ ਸਾਧਨ ਜਿਹੜੇ ਕਿ ਭੂਮੀ ਟੈਕਸ ਹੁੰਦਾ ਸੀ। ਤੇ ਇਹ ਭੂਮੀ ਉਪਜਾਊ ਸ਼ਕਤੀ ਦੇ ਅਕੋਰਡਿੰਗ ਲਿਆ ਜਾਂਦਾ ਸੀ, 1/6 ਤੋਂ ਲੈ ਕੇ 1/4 ਤੱਕ। ਤੇ ਇਹਨੂੰ ਕਹਿੰਦੇ ਸੀ ਭਾਗ। ਤੇ ਮੌਰੀਆ ਸ਼ਾਸਕ ਜਿਹੜੇ ਕਿ ਖੇਤੀਬਾੜੀ ਦੀ ਪੈਦਾਵਾਰ ਵਧਾਉਣ ਦੇ ਲਈ ਕਾਸ਼ਤਕਾਰਾਂ ਨੂੰ ਵਿਸ਼ੇਸ਼ ਸਹੂਲਤਾਂ ਪ੍ਰਦਾਨ ਕਰਦੇ ਸੀ, ਜਿਹਦੇ ਨਾਲ ਮੌਰੀਆ ਕਾਲ ਦੇ ਵਿੱਚ ਜਿਹੜੇ ਕਿ ਫਸਲਾਂ ਦੀ ਭਰਪੂਰ ਪੈਦਾਵਾਰ ਹੁੰਦੀ ਸੀ। ਇਸ ਤੋਂ ਇਲਾਵਾ ਮੌਰੀਆ ਸ਼ਾਸਕ ਵੱਖ-ਵੱਖ ਕਿੱਤੇ, ਜੰਗਲਾਂ ਤੇ ਖਾਨਾਂ ਦੇ ਅਮੀਰ ਲੋਕਾਂ ਤੇ ਜਿਹੜੇ ਕਿ ਲਗਾਏ ਗਏ ਟੈਕਸ ਵਗੈਰਾ, ਚੁੰਗੀ ਕਰ, ਜੁਰਮਾਨੇ ਦੇ ਤੋਹਫੇ, ਇਹ ਸਾਰੇ ਸਰਕਾਰ ਦੀ ਆਮਦਨ ਦੇ ਜਿਹੜੇ ਕਿ ਹੋਰ ਸਾਧਨ ਹੁੰਦੇ ਸੀ। ਤੇ ਸਟੂਡੈਂਟਸ, ਇਹ ਤੁਹਾਨੂੰ ਅਲੱਗ-ਅਲੱਗ ਵੀ ਪੁੱਛਿਆ ਜਾ ਸਕਦਾ ਕਿ ਮੌਰੀਆ ਕਾਲ ਦਾ ਜਾਂ ਚੰਦਰਗੁਪਤ ਮੌਰੀਆ ਦੇ ਅਧੀਨ ਪ੍ਰਾਂਤਕ ਪ੍ਰਬੰਧ ਦੱਸੋ, ਸਥਾਨਕ ਪ੍ਰਬੰਧ ਦੱਸੋ, ਜਾਂ ਨਗਰਾਂ ਦਾ ਪ੍ਰਬੰਧ ਦੱਸੋ। ਅਲੱਗ-ਅਲੱਗ ਕਰਕੇ ਵੀ ਪੁੱਛਿਆ ਜਾ ਸਕਦਾ, ਠੀਕ ਹੈ। ਇਹ ਜਿਹੜੇ 1 2 3 ਵਾਲੇ ਨੇ ਇਹ ਮੇਨ ਹੈਡਿੰਗ ਨੇ ਤੁਹਾਡੇ ਵੱਡੇ, ਠੀਕ ਹੈ। ਤੇ ਅਗਲਾ ਆਊਗਾ ਸਥਾਨਕ ਪ੍ਰਬੰਧ ਤੋਂ ਅੱਗੇ ਵਿੱਤੀ ਪ੍ਰਬੰਧ ਹੋ ਗਿਆ। ਹੁਣ ਨਿਆਂ ਪ੍ਰਬੰਧ। ਹੁਣ 7ਵਾਂ ਪੁਆਇੰਟ ਆ ਗਿਆ ਨਿਆਂ ਪ੍ਰਬੰਧ ਕਿਵੇਂ ਦਾ ਸੀ। ਹਾਂਜੀ, ਚੰਦਰਗੁਪਤ ਮੌਰੀਆ ਦਾ ਸ਼ਾਸਕ ਹੈ ਜਿਹੜੇ ਕਿ ਨਿਆਂ ਪ੍ਰਬੰਧ ਸੀ, ਠੀਕ ਹੈ। ਪਰਜਾ ਨੂੰ ਨਿਆਂ ਦੇਣ ਦੇ ਲਈ ਰਾਜ ਭਰ ਦੇ ਵਿੱਚ ਕਾਫੀ ਅਦਾਲਤਾਂ ਸਥਾਪਿਤ ਕੀਤੀਆਂ ਸੀ। ਤੇ ਖੁਦ ਰਾਜਾ ਵੀ ਵੱਖ-ਵੱਖ ਹਿੱਸਿਆਂ ਦਾ ਦੌਰਾ ਕਰਕੇ ਪਰਜਾ ਦੀ ਭਲਾਈ ਦੇ ਲਈ ਯਤਨ ਕਰਦੇ ਸੀ ਤੇ ਉਹਨਾਂ ਦੇ ਤਕਲੀਫਾਂ ਨੂੰ ਦੂਰ ਕਰਦੀ ਸੀ। ਤੇ ਕੋਈ ਵੀ ਵਿਅਕਤੀ ਠੀਕ ਜਿਹਨੂੰ ਨਿਆਂ ਨਾ ਮਿਲੇ ਤਾਂ ਉਹ ਰਾਜੇ ਕੋਲ ਅਪੀਲ ਕਰ ਸਕਦਾ ਸੀ ਤੇ ਰਾਜੇ ਦਾ ਫੈਸਲਾ ਅੰਤਿਮ ਸਮਝਿਆ ਜਾਂਦਾ ਸੀ। ਤੇ ਮੌਰੀਆ ਕਾਲ ਦੇ ਵਿੱਚ ਜਿਹੜੇ ਅਪਰਾਧੀ ਸੀ ਉਹਨਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਂਦੀਆਂ ਸੀ, ਛੋਟੇ ਅਪਰਾਧਾਂ ਲਈ ਜੁਰਮਾਨੇ ਕੀਤੇ ਜਾਂਦੇ ਸੀ। ਤੇ ਮੌਰੀਆ ਕਾਲ ਦੇ ਵਿੱਚ ਕਾਨੂੰਨ ਵਿਵਸਥਾ ਇੰਨੀ ਚੰਗੀ ਸੀ ਕਿ ਰਾਜ ਦੇ ਵਿੱਚ ਅਪਰਾਧ ਦੀ ਵਾਰਦਾਤਾਂ ਬਹੁਤ ਘੱਟ ਹੁੰਦੀਆਂ ਸੀ, ਠੀਕ ਹੈ। ਆਮ ਲੋਕ ਮੈਗਜ਼ੀਨ ਦੱਸਦਾ ਕਿ ਮੌਰੀਆ ਦੇ ਵਿੱਚ ਨਿਆਂ ਵਿਵਸਥਾ ਦੀ ਕਾਫੀ ਜ਼ਿਆਦਾ ਉਹਨੇ ਪ੍ਰਸ਼ੰਸਾ ਕੀਤੀ। ਉਹ ਦੱਸਦਾ ਕਿ ਲੋਕ ਘਰਾਂ ਨੂੰ ਖੁੱਲ੍ਹੇ ਛੱਡ ਕੇ ਜਿਹੜੇ ਕਿ ਬਾਹਰ ਚਲੇ ਜਾਂਦੇ ਸੀ, ਮਤਲਬ ਕਿ ਚੋਰੀ ਦਾ ਡਰ ਨਹੀਂ ਹੁੰਦਾ ਸੀ। ਅੱਗੇ ਆਊਗਾ ਜਾਸੂਸੀ ਪ੍ਰਬੰਧ। ਹਾਂਜੀ, ਮੌਰੀਆ ਕਾਲ ਦੇ ਵਿੱਚ ਜਿਹੜੇ ਕਿ ਚੰਦਰਗੁਪਤ ਮੌਰੀਆ ਦੀ ਸਫਲਤਾ ਦਾ ਆਧਾਰ ਇਹ ਸੀ ਕਿ ਉਹਦਾ ਜਾਸੂਸੀ ਪ੍ਰਬੰਧ ਵੀ ਬਹੁਤ ਵਧੀਆ ਸੀ। ਚੰਦਰਗੁਪਤ ਮੌਰੀਆ ਨੇ ਸਾਰੇ ਸਾਮਰਾਜ ਦੇ ਵਿੱਚ ਜਾਸੂਸਾਂ ਦਾ ਜਾਲ ਵਿਛਾ ਦਿੱਤਾ ਸੀ ਤੇ ਉਹ ਰਾਜਕੁਮਾਰ, ਸਰਕਾਰੀ ਅਫਸਰਾਂ ਸੰਬੰਧੀ ਸਮਰਾਟ ਨੂੰ ਜਿਹੜੇ ਕਿ ਖੂਫੀਆ ਸੂਚਨਾਵਾਂ ਦਿੰਦੇ ਸੀ, ਜਿਹੜੇ ਉਹਨੇ ਜਾਸੂਸ ਪ੍ਰਬੰਧ ਛੱਡੇ ਹੋਏ ਸੀ, ਠੀਕ ਹੈ। ਜਾਸੂਸ ਬਣਾ ਕੇ ਛੱਡੇ ਹੋਏ ਸੀ ਲੋਕਾਂ ਦੇ ਵਿੱਚ। ਤੇ ਉਹ ਆਮ ਜਨਤਾ ਦੇ ਕੰਮਾਂ ਉੱਤੇ ਨਿਗਰਾਨੀ ਰੱਖਦੇ ਸੀ। ਤੇ ਇਹ ਜਾਸੂਸ ਵਿਦੇਸ਼ਾਂ ਦੀਆਂ ਘਟਨਾਵਾਂ ਸੰਬੰਧੀ ਵੀ ਜਾਣਕਾਰੀ ਇਕੱਠੀ ਕਰਦੇ ਸੀ। ਤੇ ਜਿਹੜੇ ਜਾਸੂਸ ਇੱਕ ਥਾਂ ਤੋਂ ਦੂਜੀ ਥਾਂ ਤੇ ਜਾ ਕੇ, ਠੀਕ ਹੈ, ਸੂਚਨਾਵਾਂ ਇਕੱਠੀਆਂ ਕਰਕੇ ਰਾਜੇ ਨੂੰ ਦਿੰਦੇ ਸੀ, ਉਹਨੂੰ ਤਾਂ ਕਹਿੰਦੇ ਸੀ ਸੰਚਾਰ। ਤੇ ਜਿਹੜੇ ਜਾਸੂਸ ਜਿੱਥੇ ਲਗਾਏ ਹੋਏ ਹੁੰਦੇ ਸੀ ਸਿਰਫ ਉੱਥੇ ਹੀ ਰਹਿੰਦੇ ਸੀ, ਉਹਨਾਂ ਨੂੰ ਕਹਿੰਦੇ ਸੀ ਸੰਸਥਾਨ। ਤੇ ਜਿਹੜੇ ਜਾਸੂਸ ਥਾਂ ਤੇ ਜਾ ਕੇ ਜਿਹੜੇ ਕਿ ਸੂਚਨਾਵਾਂ ਇਕੱਠੀਆਂ ਕਰਕੇ ਲਿਆਉਂਦੇ ਸੀ ਉਹਨਾਂ ਨੂੰ ਕਹਿੰਦੇ ਸੀ ਸੰਚਾਰ। ਤੇ ਇਹਨਾਂ ਜਾਸੂਸਾਂ ਦੀ ਨਿਗਰਾਨੀ ਲਈ ਹੋਰ ਜਾਸੂਸ ਵੀ ਨਿਯੁਕਤ ਕੀਤੇ ਹੋਏ ਸੀ ਤਾਂ ਕਿ ਇਹ ਵੀ ਜਿਹੜੇ ਕਿ ਕਿਸੇ ਵੀ ਤਰੀਕੇ ਦੀ ਬੇਈਮਾਨੀ ਨਾ ਕਰਨ। ਤੇ ਜਾਸੂਸੀ ਵਿਭਾਗ ਦੇ ਵਿੱਚ ਇਸਤਰੀਆਂ ਨੂੰ ਵੀ ਨਿਯੁਕਤ ਕੀਤਾ ਜਾਂਦਾ ਸੀ। ਅੱਗੇ ਆਊਗਾ ਫੌਜੀ ਪ੍ਰਬੰਧ, ਮਿਲਟਰੀ ਪ੍ਰਬੰਧ, ਜਿਹਨੂੰ ਆਪਾਂ ਕਹਿ ਸਕਦੇ ਹਾਂ ਸੈਨਿਕ ਪ੍ਰਬੰਧ, ਠੀਕ ਹੈ। ਫੌਜੀ ਪ੍ਰਬੰਧ, ਸੈਨਿਕ ਪ੍ਰਬੰਧ, ਮਿਲਟਰੀ ਪ੍ਰਬੰਧ। ਮੌਰੀਆ ਰਾਜ ਨੇ ਆਪਣੇ ਸਾਮਰਾਜ ਦਾ ਵਿਸਥਾਰ ਕਰਨ ਦੇ ਲਈ, ਠੀਕ ਹੈ, ਵਿਦੇਸ਼ੀ ਹਮਲੇ ਤੋਂ ਸੁਰੱਖਿਆ ਦੇ ਲਈ ਇੱਕ ਵਿਸ਼ਾਲ ਫੌਜ ਦਾ ਸੰਗਠਨ ਕੀਤਾ ਹੋਇਆ ਸੀ।
ਤੇ ਚੰਦਰਗੁਪਤ ਮੌਰੀਆ ਨੇ ਦੇ ਸੈਨਿਕਾਂ ਦੀ ਗਿਣਤੀ 6,90,000 ਸੀ। ਠੀਕ ਹੈ, ਤੇ ਪਿਆਦਾ, ਘੋੜਸਵਾਰ, ਹਾਥੀ, ਰੱਥ ਮੌਰੀਆ ਕਾਲ ਦੇ ਜਿਹੜੇ ਕਿ ਸੈਨਾ ਦੇ ਮੁੱਖ ਅੰਗ ਸੀ। ਇਹ ਸੈਨਿਕਾਂ ਨੂੰ ਚੰਗੀਆਂ ਤਨਖਾਹਾਂ ਦਿੱਤੀਆਂ ਜਾਂਦੀਆਂ ਸੀ ਤੇ ਇੱਕ ਸਿਖਲਾਈ ਪ੍ਰਾਪਤ ਸੈਨਿਕਾਂ ਨੂੰ 500 ਪਣ, ਠੀਕ ਹੈ, ਉਸ ਸਮੇਂ ਦੀ ਕਰੰਸੀ ਸੀ, ਤੇ ਸੈਨਾਪਤੀ ਨੂੰ 48 ਪਣ ਹਜ਼ਾਰ ਤਨਖਾਹ ਦਿੱਤੀ ਜਾਂਦੀ ਸੀ। ਤੇ ਹਰ ਇੱਕ ਤੇ ਪਣ ਇੱਕ ਸਿੱਕਾ ਸੀ ਜਿਹੜਾ ਕਿ ਚਾਂਦੀ ਦਾ ਬਣਿਆ ਹੁੰਦਾ ਸੀ। ਇਹ ਵੀ ਤੁਹਾਡੇ ਲਈ ਸ਼ਾਰਟ ਕੁਐਸਚਨ ਇੰਪੋਰਟੈਂਟ ਆ ਕਿ ਪਣ ਕਾਹਦਾ ਬਣਿਆ ਹੋਇਆ ਸੀ, ਚਾਂਦੀ ਦਾ। ਠੀਕ ਹੈ, ਤੇ ਚੰਗੀਆਂ ਤਨਖਾਹਾਂ ਹੋਣ ਕਰਕੇ ਗੁਜ਼ਾਰਾ ਕਾਫੀ ਚੰਗੇ ਤਰੀਕੇ ਨਾਲ ਕਰਦੇ ਸੀ, ਜਿਸ ਕਰਕੇ ਕੋਈ ਵੀ ਜਿਹੜੇ ਕਿ ਭ੍ਰਿਸ਼ਟਾਚਾਰੀ ਨਹੀਂ ਸੀ। ਠੀਕ ਹੈ, ਤਾਂ ਕਿ ਇਹਨਾਂ ਨੂੰ ਤਨਖਾਹਾਂ ਚੰਗੀਆਂ ਤਾਂ ਦਿੱਤੀਆਂ ਜਾਂਦੀਆਂ ਸੀ ਤਾਂ ਕਿ ਇਹ ਵੀਰਤਾ ਯੋਗਤਾ ਦੇ ਨਾਲ ਜਿਹੜੇ ਕਿ ਆਪਣਾ ਲੜਨ, ਤੇ ਇਹਨਾਂ ਨੂੰ ਕਿਸੇ ਵੀ ਤਰੀਕੇ ਦਾ ਕੋਈ ਵੀ ਭਾਵ ਕਿ ਰਿਸ਼ਵਤ ਵਗੈਰਾ ਨਾ ਖਾਣ। ਠੀਕ ਹੈ, ਮਤਲਬ ਕਿ ਇਹ ਵਿੱਚ ਵਿਸ਼ਵਾਸ ਸੀ ਵੀ ਜੇ ਤਨਖਾਹ ਘੱਟ ਹੋਊਗੀ ਤਾਂ ਉਹ ਰਿਸ਼ਵਤ ਲੈਣਗੇ, ਜਿਸ ਕਰਕੇ ਉਹਨਾਂ ਦੀ ਪਹਿਲਾਂ ਹੀ ਤਨਖਾਹ ਅੱਛੀਆਂ ਹੁੰਦੀਆਂ ਸੀ। ਤੇ 30 ਮੈਂਬਰਾਂ ਦੀ ਕਮੇਟੀ ਵੀ ਨਿਯੁਕਤ ਕੀਤੀ ਵੀ ਹੁੰਦੀ ਸੀ, ਜਿਹਦੇ ਵਿੱਚ ਜਿਹੜੇ ਕਿ ਅਸਲ ਦੇ ਵਿੱਚ ਕਮੇਟੀ 6 ਹਿੱਸਿਆਂ ਦੇ ਵਿੱਚ ਹੁੰਦੀ ਸੀ। ਕਮੇਟੀ ਦੇ 6 ਹਿੱਸਿਆਂ ਦੇ ਵਿੱਚ ਹਰ ਇੱਕ ਦੇ ਵਿੱਚ 5-5 ਮੈਂਬਰ ਹੁੰਦੇ ਸੀ, ਤਾਂ ਕਰਕੇ ਟੋਟਲ ਜਿਹੜੇ ਕਿ 30 ਮੈਂਬਰ ਹੁੰਦੇ ਸੀ। ਇਹ ਕਮੇਟੀ ਜਿਹੜੇ ਕਿ ਸਮੁੰਦਰੀ ਆਵਾਜਾਈ ਦੇ ਸਾਧਨ, ਪੈਦਲ ਸੈਨਿਕ, ਘੋੜਸਵਾਰ ਸੈਨਿਕਾਂ, ਹਾਥੀਆਂ ਦੇ ਰੱਥਾਂ ਦਾ ਜਿਹੜੇ ਕਿ ਪ੍ਰਬੰਧ ਕਰਦੇ ਸੀ। ਸੋ ਇਹ ਸੀ ਤੁਹਾਡਾ ਚੰਦਰਗੁਪਤ ਮੌਰੀਆ ਬਾਰੇ ਕੁਐਸਚਨ। ਅਗਰ ਤੁਹਾਨੂੰ ਚੰਦਰਗੁਪਤ ਮੌਰੀਆ ਦਾ ਜਿਹੜਾ ਮਰਜ਼ੀ ਕੁਐਸਚਨ ਆਵੇ ਤੁਸੀਂ ਇਹ ਲਿਖ ਸਕਦੇ ਹੋ। ਪਹਿਲਾਂ ਤਾਂ ਉਹਦੇ ਜਿੱਤਾਂ ਨੂੰ ਸਫਲਤਾਵਾਂ ਕਹਿੰਦੇ ਨੇ, ਜਿੱਤਾਂ ਨੂੰ ਹੀ ਪ੍ਰਾਪਤੀਆਂ ਕਹਿੰਦੇ ਨੇ। ਠੀਕ ਹੈ, ਤੇ ਸਿੱਧਾ ਜਿੱਤਾਂ ਵੀ ਕੁਐਸਚਨ ਬਣ ਕੇ ਆ ਸਕਦਾ, ਜਾਂ ਚੰਦਰਗੁਪਤ ਮੌਰੀਆ ਦਾ ਜਿਹੜੇ ਕਿ ਤੁਹਾਨੂੰ ਪੁੱਛਿਆ ਜਾ ਸਕਦਾ ਕਿ ਚੰਦਰਗੁਪਤ ਮੌਰੀਆ ਦੇ ਸਾਮਰਾਜ ਦੀ ਸਥਾਪਨਾ, ਚੰਦਰਗੁਪਤ ਮੌਰੀਆ ਦੁਆਰਾ ਮੌਰੀਆ ਸਾਮਰਾਜ ਦੀ ਸਥਾਪਨਾ ਦਾ ਵਰਣਨ ਕਰੋ। ਠੀਕ ਹੈ, ਚੰਦਰਗੁਪਤ ਮੌਰੀਆ ਨੇ ਮੌਰੀਆ ਸਾਮਰਾਜ ਦੀ ਸਥਾਪਨਾ ਕਿਵੇਂ ਕੀਤੀ। ਠੀਕ ਹੈ, ਮਤਲਬ ਕਿ ਚੰਦਰਗੁਪਤ ਮੌਰੀਆ ਰਿਲੇਟਡ ਕੋਈ ਵੀ ਕੁਐਸਚਨ ਕਿਵੇਂ ਵੀ ਬਣ ਕੇ ਆਵੇ, ਤੁਸੀਂ ਪਹਿਲਾਂ ਉਹਦੀਆਂ ਜਿੱਤਾਂ, ਠੀਕ ਹੈ, ਜਿੱਤਾਂ ਲਿਖ ਦੇਣੀਆਂ ਨੇ। ਦੈਨ ਉਸ ਤੋਂ ਬਾਅਦ ਉਹਦਾ ਸ਼ਾਸਨ ਪ੍ਰਬੰਧ, ਉਹਦੇ ਸ਼ਾਸਨ ਪ੍ਰਬੰਧ ਦੇ ਵਿੱਚ ਸਟੂਡੈਂਟ ਸਭ ਤੋਂ ਪਹਿਲਾਂ ਤੁਸੀਂ ਜਿਹੜੇ ਕਿ ਵੇਰਵਾ ਦੇਣਾ, ਮੇਨ ਹੈਡਿੰਗ ਇੰਟਰੋਡਕਸ਼ਨ ਦੇਣ ਤੋਂ ਬਾਅਦ ਕੇਂਦਰੀ ਸ਼ਾਸਨ ਪ੍ਰਬੰਧ। ਠੀਕ ਹੈ, ਜਿਹਦੇ ਵਿੱਚ ਰਾਜਾ ਤੇ ਮੰਤਰੀ 2 ਹੈਡਿੰਗ ਨੇ। ਠੀਕ ਹੈ, ਮੰਤਰੀ ਪਰਿਸ਼ਦ 2 ਹੈਡਿੰਗ ਨੇ। ਫਿਰ ਸੈਕਿੰਡ ਮੇਨ ਹੈਡਿੰਗ ਬਣਦਾ ਪ੍ਰਾਂਤਾਂ ਦਾ ਪ੍ਰਬੰਧ। ਫਿਰ ਪ੍ਰਾਂਤਾਂ ਤੋਂ ਬਾਅਦ ਜ਼ਿਲ੍ਹਿਆਂ ਦਾ ਪ੍ਰਬੰਧ। ਠੀਕ ਹੈ, ਮੇਨ ਹੈਡਿੰਗ ਜ਼ਿਲ੍ਹਿਆਂ ਦਾ ਪ੍ਰਬੰਧ, ਜ਼ਿਲ੍ਹਿਆਂ ਨੂੰ ਜਨਪਦ ਕਹਿੰਦੇ ਸੀ, ਤੇ ਮੁਖੀ ਪ੍ਰਦੇਸ਼ਿਕ। ਫਿਰ ਨਗਰਾਂ ਦਾ ਪ੍ਰਬੰਧ ਆਊਗਾ। ਠੀਕ ਹੈ, ਇਹ ਵੀ ਮੇਨ ਹੈਡਿੰਗ ਆ, ਨਗਰਾਂ ਦਾ ਪ੍ਰਬੰਧ। ਫਿਰ ਮੇਨ ਹੈਡਿੰਗ ਤੁਹਾਡਾ ਆਜੂਗਾ ਸਥਾਨਿਕ ਪ੍ਰਬੰਧ। ਫਿਰ ਮੇਨ ਹੈਡਿੰਗ ਵਿੱਤੀ ਪ੍ਰਬੰਧ। ਫਿਰ ਨਿਆਂ ਪ੍ਰਬੰਧ। ਫਿਰ ਜਾਸੂਸੀ ਪ੍ਰਬੰਧ। ਫਿਰ ਸੈਨਿਕ ਪ੍ਰਬੰਧ। ਸੋ ਇਹ ਸੀ ਜਿਹੜੇ ਕਿ ਇਸ ਚੈਪਟਰ ਦੇ ਕੁਐਸਚਨ ਆਨਸਰ। ਥੈਂਕਸ।